मुकनी नहीं ਤੁਹਾਡੀ ਗੱਲ ਤੁਸੀਂ ਤਾਂ ਮਾੜੀ ਮਾੜੀ ਗੱਲ ਕਰੀ ਨੇ ਗੱਲ ਮਾੜੀ ਮਾੜੀਆਂ ਨਹੀਂ ਗੱਲਾਂ ਜੇ ਤੁਸੀਂ ਇਹਨਾਂ ਗੱਲਾਂ ਨੂੰ ਗੱਲ ਤਾਂ ਤੁਹਾਨੂੰ ਨਾ ਪਤਾ ਤੁਹਾਨੂੰ ਜੇ ਤੁਸੀਂ ਇਹਨਾਂ ਗੱਲਾਂ ਨੂੰ ਮਾੜੀਆਂ ਮਾੜੀਆਂ ਸਮਝੋਗੇ ਨਾ ਉਹ ਗੱਲ ਕਲੀਅਰ ਹੈ ਕਿ ਤੁਹਾਨੂੰ ਗੱਲਾਂ ਦੀ ਅਹਿਮੀਅਤ ਤੁਸੀਂ ਸਮਝ ਨਹੀਂ ਰਹੇ। ਇੱਕ ਗੱਲ ਦਾ ਉੱਤਰ ਤਾਂ ਦੇ ਦਿਓ। ਇੱਕ ਦਾ ਉੱਤਰ ਮੈਂ ਐ ਨਹੀਂ ਦੇਖੋ ਮੈਂ ਤੁਹਾਡੇ ਨਾਲ ਬਹਿਸ ਨਹੀਂ ਮੈਂ ਕਰ ਰਿਹਾ, ਮੈਂ ਤਾਂ ਛੋਟੀ ਜਿਹੀ ਇੱਕ ਬੇਨਤੀ ਕਰ ਰਿਹਾ ਕਿ ਤੁਸੀਂ ਜਦੋਂ ਅਨੰਦਪੁਰ ਸਾਹਿਬ ਆਏ ਉੱਥੇ ਤੁਹਾਡੇ ਤੁਸੀਂ ਇੱਕ ਮੀਡੀਆ 'ਚ ਬਿਆਨ ਦਿੱਤਾ ਕਿ ਜਿਹੜਾ ਪੈਸਾ ਸੀਗਾ ਮੈਂ ਸਟੇਜ ਤੇ ਉੱਥੇ ਮੈਂ ਪੰਥ ਨੂੰ ਦੇ ਦਿੱਤਾ। ਮੈਂ ਤੁਹਾਡੇ ਬਿਆਨ ਸੁਣਿਆ ਆਪ। ਨਹੀਂ ਹੁਣ ਤੁਹਾਨੂੰ ਫੜਾ ਦਈਏ ਪੈਸੇ। ਨਹੀਂ ਮੈਂ ਨਹੀਂ ਲੈਣੇ ਮੈਂ ਪੰਥ ਥੋੜੀ ਆ ਜੀ। ਨਹੀਂ ਫਿਰ ਤੁਹਾਨੂੰ ਤਸੱਲੀ ਤੇ ਹੋ ਜੂਗੀ ਪੈਸੇ ਦੇ ਪੈਸੇ। ਨਹੀਂ ਉਹ ਪੈਸਾ ਗਿਆ ਕਿਹੜੇ ਪੰਥ ਕੋਲ ਇਹ ਵੀ ਤਾਂ ਪਤਾ ਹੋਵੇ ਨਾ। ਕਿਤੇ ਹੋਵੇ ਜਾਂ ਤੁਸੀਂ ਜ਼ਿੰਮੇਵਾਰੀ ਚੁੱਕੋ ਆ ਜਾਓ ਤੁਹਾਨੂੰ ਦੇ ਦਈਏ ਤੁਸੀਂ ਫਿਰ ਗਾਂ ਜਵਾਬ ਦਿੰਦੇ ਰਹੋ। ਹਾਂ ਫਿਰ ਤੁਸੀਂ ਦੱਸੋ ਇਸ ਗੱਲ ਨੂੰ ਲੈ ਕੇ ਆਪਾਂ ਕਦੋਂ ਤੁਹਾਡੇ ਕੋਲ ਆਈਏ ਵੀ ਉਹ ਪੈਸਾ ਫੜਾ ਦਈਏ। ਨਹੀਂ ਮੈਂ ਫੜਾ ਦਈਏ ਪੈਸੇ। ਮੈਂ ਕੋਲ ਹੋਵਾਂਗਾ ਤੁਹਾਡੇ ਫੜਾਵਾਂਗੇ ਪੰਥ ਨੂੰ। ਕਿਹੜਾ ਪੰਥ? ਜਿਹੜਾ ਪੰਥ ਦੀ ਅਗਵਾਈ ਕਰਨ ਵਾਸਤੇ ਨੀਅਤ ਕੀਤਾ ਹੋਊਗਾ ਪੰਥ ਨੇ। ਕੋਈ ਨਾ ਕੀਤਾ ਦੱਸੋ ਦੱਸ ਦੋ ਨਾ। ਜਗਤਾਰ ਸਿੰਘ ਹਵਾਰਾ ਨੇ 5 ਮੈਂਬਰੀ ਕਮੇਟੀ ਬਣਾਈ ਹੈਗੀ ਅਗਲੇ ਕੰਮ ਦਾ। ਜਗਤਾਰ ਸਿੰਘ ਹਵਾਰੇ ਨੇ 5 ਮੈਂਬਰੀ ਕਮੇਟੀ ਬਣਾਈ ਹੈ। ਜਦੋਂ ਤੁਸੀਂ ਮੇਰੇ ਕੋਲ ਆਓਗੇ ਤੁਹਾਨੂੰ ਹਵਾਰਾ ਸਾਹਿਬ ਬਾਰੇ 5 ਮੈਂਬਰੀ ਕਮੇਟੀ ਬਾਰੇ ਵੀ ਸਾਰਾ ਕੁਝ ਪਤਾ ਲੱਗ ਜਾਣਾ। ਮੈਂ ਉਸ ਤੋਂ ਬਾਅਦ ਇਹਨਾਂ ਨਾਲ ਟੈਲੀਫੋਨ ਦੀ ਰਾਬਤਾ ਵੀ ਕੀਤਾ ਜੀ, ਫੋਨ ਹੀ ਨਹੀਂ ਚੁੱਕਿਆ। ਨਹੀਂ ਹੁਣ ਪਿਛਲੇ ਕੁਝ ਸਮੇਂ ਤੋਂ ਉਹ ਫੋਨ ਇਹਨਾਂ ਦਾ ਮਿਲੇ ਨਹੀਂ ਰਿਹਾ। ਤੁਸੀਂ ਟਰਾਈ ਕਰੋਗੇ ਹੁਣੇ ਫੋਨ? ਬਿਲਕੁਲ ਮੈਂ ਕਰ ਸਕਦਾ। ਦਰਸ਼ਕ ਲਾਈਵ ਦੇਖ ਲੈਣਗੇ। ਬਿਲਕੁਲ ਆਹ ਦੇਖੋ ਜੀ ਮੈਂ ਤੁਹਾਨੂੰ ਹੁਣੇ ਦੱਸ ਸਕਦਾ ਆਹ ਕੁਛ ਹੁੰਦਾ ਪਿਆ। ਹੈਂਡ ਫ੍ਰੀ ਕਰਕੇ ਸੁਣਾ ਲਓ ਜੀ। ਕੋਈ ਹਿਲਜੁਲ ਨਹੀਂ ਹੋ ਰਹੀ। ਨਹੀਂ ਦੁਬਾਰਾ ਟਰਾਈ ਕਰੋ ਕੱਟ ਕੇ। ਲਓ ਤਾਂ ਕਿ ਜੇ ਕੋਈ ਮੰਡ ਸਾਹਿਬ ਫੋਨ ਚੱਕਦੇ ਵੀ ਹੈ ਹੁਣ ਤਾਂ ਉਹਨਾਂ ਨਾਲ ਇਮੀਡੀਏਟਲੀ ਹੁਣੇ ਗੱਲ ਕੀਤੀ ਜਾ ਸਕੇ। ਬਿਲਕੁਲ। कॉल किया गया नंबर ठीक नहीं है, कृपा करके डायल किए गए नंबर की जांच करो। ये नंबर आपके द्वारा डायल किया गया नंबर अमान्य है, कृपया डायल किए गए नंबर की किसी वेले नेटवर्क की प्रॉब्लम करके भी इज इनवैलिड। लो जी जिन्नी बार कहूँगी उन्नी बार डायल हो जाएगा। ਇਹਦੇ 10 ਡਿजिट पूरे ने नंबर ਦੇ। बिल्कुल जी। कॉल किया गया नंबर ठीक नहीं है, कृपा करके डायल किए गए नंबर की जांच करो। 9803-01 ਅੱਗੇ 3 ਨੰਬਰ ਹੋਰ ਨੇ। ਠੀਕ ਹੈ ਮਤਲਬ ਇਸੇ ਨੰਬਰ ਤੇ ਤੁਸੀਂ ਉਦੋਂ ਗੱਲ ਕੀਤੀ ਸੀ? ਇਸੇ ਨੰਬਰ ਤੇ ਮੇਰੇ ਨਾਲ ਗੱਲ ਹੋਈ ਸੀ, ਇਹੀ ਨੰਬਰ ਸੀ ਮੇਰੇ ਕੋਲ ਜਿਹਨਾਂ ਇਹਨਾਂ ਨਾਲ ਗੱਲ ਹੋਈ ਸੀ। ਠੀਕ ਹੈ ਜੀ। ਮੇਰੇ ਨਾਲ ਜੋ ਬੈਠੀ ਹੈ ਸ਼ਖਸੀਅਤ ਇਹ ਸਰਦਾਰ ਕਮਲਜੀਤ ਸਿੰਘ ਨੇ। ਇਹਨਾਂ ਬਾਰੇ ਮੈਂ ਇੱਕੋ ਹੀ ਗੱਲ ਕਹੂੰਗਾ ਕਿ ਜਿਹੜਾ ਪਿਆਰਾ ਸਿੰਘ ਭਨਿਆਰੇ ਵਾਲਾ ਇੱਕ ਸਾਧ ਸੀ, ਬਾਬਾ ਸੀ, ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਉਸਨੇ ਬਹੁਤ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਜਾਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹਨਾਂ ਨੇ ਇਨੀਸ਼ੀਏਟਿਵ ਲਿਆ ਤੇ ਉਸ ਬਾਬੇ ਨੂੰ 2008 ਦੇ ਵਿੱਚ 5 ਸਾਲ ਦੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਸਜ਼ਾ ਕਮਲਜੀਤ ਸਿੰਘ ਨੇ ਕਰਵਾਈ ਸੀ। 3 ਸਾਲ ਦੀ, ਮਾਫ ਕਰਨਾ, 3 ਸਾਲ ਦੀ ਸਜ਼ਾ ਕਰਵਾਈ ਸੀ। ਤੇ ਉਸ ਤੋਂ ਬਾਅਦ ਵੀ ਲਗਾਤਾਰ ਉਹਨਾਂ ਭਨਿਆਰੇ ਵਾਲੇ ਦੇ ਜਿਹੜੇ ਕੇਸ ਸਾਰੇ ਤਕਰੀਬਨ ਜਿਹੜੇ ਇਹਨਾਂ ਦੇ ਨਾਲ ਸੰਬੰਧਿਤ ਸੀ ਉਹਨਾਂ ਨੂੰ ਦੇਖਦੇ ਆ ਰਹੇ ਨੇ ਔਰ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ। ਸਾਰਾ ਕੁਝ ਇਹਨਾਂ ਨੇ ਆਪਣੇ ਤੌਰ ਤੇ ਆਪਣੀ ਜਿਹੜੀ ਹੱਕ ਹਲਾਲ ਦੀ ਕਮਾਈ ਹੈ ਉਹਦੇ ਤੌਰ ਤੇ ਕੀਤਾ ਸੀ ਔਰ ਕੋਈ ਦਿਖਾਵਾ ਨਹੀਂ ਕੀਤਾ, ਕੋਈ ਕਿਤੇ ਸਰੋਪਾ ਲੈਣ ਨਹੀਂ ਗਏ। ਇਹੋ ਜਿਹੇ ਸ਼ਖਸੀਅਤਾਂ ਵੀ ਸਾਡੇ ਪੰਥ ਦੇ ਵਿੱਚ ਮੌਜੂਦ ਨੇ। ਸੋ ਇਹਨਾਂ ਦੇ ਕੁਝ ਇਤਰਾਜ਼ ਨੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਧਿਆਨ ਸਿੰਘ ਮੰਡ ਜੀ। ਚਲੋ ਉਹ ਵੀ ਜਥੇਦਾਰ ਮੇਰੇ ਖਿਆਲ ਨਾਲ ਬਹੁਤਾ ਉਸ ਤਰੀਕੇ ਨਾਲ ਰਹੇ ਨਹੀਂ, ਉਹ ਵੀ ਇਹ ਐਕਸਪਲੇਨ ਕਰ ਦੇਣਗੇ ਉਹ ਕਿਉਂ ਅਸੀਂ ਉਹਨਾਂ ਨੂੰ ਕਹਿ ਰਹੇ ਵੀ ਜਥੇਦਾਰ ਉਸ ਲੈਵਲ ਦੇ ਨਹੀਂ ਹੈਗੇ ਹੁਣ। ਸੋ ਇਹਨਾਂ ਦੀ ਇੱਕ ਆਡੀਓ ਮੇਰੇ ਕੋਲ ਆਈ ਸੀ ਤੇ ਆਡੀਓ ਕਈ ਵਾਰੀ ਹੁੰਦਾ ਕਿ ਜਿਵੇਂ ਆਡੀਓ ਵਾਇਰਲ ਕਰ ਦੋ ਤੇ ਅਸੀਂ ਉਹਨੂੰ ਸਿਆਣਪ ਨਹੀਂ ਸਮਝਿਆ। ਮੈਂ ਸੋਚਿਆ ਕਿ ਪਹਿਲਾਂ ਭਾਈ ਸਾਹਿਬ ਨਾਲ ਗੱਲਬਾਤ ਕੀਤੀ ਜਾਵੇ। ਮੈਂ ਪਹਿਲੀ ਗੱਲ ਇਹ ਪੁੱਛਣਾ ਚਾਹੁੰਦਾ, ਆਡੀਓ ਤਾਂ ਚਲੋ ਅਸੀਂ ਦਰਸ਼ਕਾਂ ਨੇ ਸੁਣ ਹੀ ਲੈਣੀ ਹੈ ਹੁਣ ਜੋ ਵੀ ਤੁਸੀਂ ਗੱਲਬਾਤ ਹੋਈ ਹੈ ਮੰਡ ਜੀ ਦੇ ਨਾਲ, ਲੇਕਿਨ ਤੁਹਾਡਾ ਕੀ ਇਤਰਾਜ਼ ਕੀ ਆ ਧਿਆਨ ਸਿੰਘ ਮੰਡ ਦੇ ਨਾਲ? ਜਸਪਾਲ ਜੀ ਗੱਲ ਇਸ ਤਰ੍ਹਾਂ ਹੈ ਕਿ ਜਦੋਂ ਮੰਡ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧ ਵਿੱਚ ਜੀ ਜੋ ਸਿੱਖ ਹਿਰਦਿਆਂ ਦੇ ਜਦੋਂ ਹਿਰਦੇ ਬਲੁੰਦਰੇ ਗਏ, ਜਿਹੜਾ ਰੋਸ ਸੀਗਾ, ਜਦੋਂ ਇਹਨਾਂ ਨੇ ਬਰਗਾੜੀ ਦੇ ਵਿੱਚ ਮੋਰਚਾ ਲਾਇਆ ਜੀ, ਮੋਰਚਾ ਜਦੋਂ ਲਾਇਆ ਸੀ ਜਿਹੜੀਆਂ ਕੁਝ ਮੰਗਾਂ ਸੀਗੀਆਂ 2-3 ਮੇਨ ਜੀ ਉਹਨਾਂ ਨੂੰ ਮੁੱਖ ਰੱਖ ਕੇ ਲਾਇਆ ਸੀ। ਉਹ ਮੰਗਾਂ ਨੂੰ ਬਿਨਾਂ ਕਿਸੇ ਸਿੱਟੇ ਤੇ ਪੁੱਜੇ ਇਹਨਾਂ ਨੇ ਰਾਤੋਂ ਰਾਤ ਬਿਨਾਂ ਕਿਸੇ ਦੀ ਸਲਾਹ ਲਏ ਇਹਨਾਂ ਨੇ ਮੋਰਚਾ ਚੁੱਕ ਲਿਆ ਜੀ। ਮੋਰਚਾ ਚੁੱਕਣ ਤੋਂ ਬਾਅਦ ਹੁਣ ਤੱਕ ਜੋ ਸਥਿਤੀ ਹੈ ਸਭ ਦੇ ਸਾਹਮਣੇ ਹੈ ਕਿ ਪਿਛਲੇ 2.5 ਸਾਲ ਤੋਂ ਸਥਿਤੀ ਕਿੱਥੇ ਪੁੱਜੀ ਹੈ ਜੀ ਜੀ ਜੀ।
ਉਦੋਂ ਵੀ ਬਹੁਤ ਸਾਰੇ ਕੁਐਸਚਨ ਉੱਠੇ ਸੀਗੇ, ਲੇਕਿਨ ਇਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਤੇ ਆਪਣੀ ਇਹਨਾਂ ਨੇ ਮਨਮਰਜ਼ੀ ਕੀਤੀ। ਈਵਨ ਇਹਨਾਂ ਦੇ ਸਾਥੀ ਰਹੇ, ਸਟੇਟ ਸੈਕਟਰੀ ਰਹੇ ਬਲਜੀਤ ਸਿੰਘ ਦਾਦੂਵਾਲ ਜੀ ਨੇ ਵੀ ਇਤਰਾਜ਼ ਕੀਤਾ ਸੀ, ਸਾਡੇ ਨਾਲ ਸਲਾਹ ਨਹੀਂ ਕੀਤੀ ਜੀ। ਬਾਕੀ ਜਥੇਬੰਦੀਆਂ ਵੀ ਇਤਰਾਜ਼ ਕਰਦੀਆਂ ਸੀਗੀਆਂ, ਲੇਕਿਨ ਇਹ ਆਪਣੇ ਹਿਸਾਬ ਨਾਲ ਇਹਨਾਂ ਨੇ ਮੋਰਚੇ ਨੂੰ ਚੁੱਕਿਆ ਨਹੀਂ ਹੈ, ਖਤਮ ਕੀਤਾ ਇਹਨਾਂ ਨੇ ਬੇਸਿਕਲੀ ਜੀ। ਇਹਨਾਂ ਦੀ ਔਰ ਇਹਨਾਂ ਦੀ ਜਿਹੜੀ ਪਹਿਲਾਂ ਪਾਰਟੀ ਰਹੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਔਰ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਮਾਨ ਸਾਹਿਬ, ਉਹਨਾਂ ਨੇ ਔਰ ਇਹਨਾਂ ਨੇ ਜਿਹੜਾ ਸਟੇਜ ਤੇ ਇਹਨਾਂ ਨੇ ਸਟੇਟਮੈਂਟ ਉਦੋਂ ਦਿੱਤੀਆਂ ਜੋ ਬੋਲਿਆ ਕਲੋਜ਼ਿੰਗ ਦੇ ਟਾਈਮ, ਹਾਂਜੀ 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 ਉਹਨਾਂ 'ਚ ਕੋਈ ਫਰਕ ਨਹੀਂ ਸੀਗਾ ਜੀ। ਹੂ ਬੈਂਡ ਹੂ ਇੱਕ ਹੀ ਗੱਲ ਸੀਗੀ, ਇਹਨਾਂ ਨੇ ਜੋ ਬੋਲੀ ਉਹ, ਮਾਨ ਸਾਹਿਬ ਨੇ ਜੋ ਬੋਲੀ ਉਹ। ਠੀਕ ਹੈ। ਇਹਦਾ ਮਤਲਬ ਇਹਨਾਂ ਦੀ ਕਿਤੇ ਨਾ ਕਿਤੇ ਉਹਦੇ ਵਿੱਚ ਸਹਿਮਤੀ ਸੀਗੀ ਦੋਨਾਂ ਦੀ, ਤਾਂ ਬਾਕੀ ਇਤਰਾਜ਼ ਕਰ ਰਹੇ ਸੀਗੇ ਜੀ। ਫਿਰ ਇਹਨਾਂ ਨੇ ਉਹ ਚੁੱਕਣ ਤੋਂ ਬਾਅਦ ਫਿਰ ਇਹਨਾਂ ਨੇ ਸੰਗਤ ਨੂੰ ਇਹ ਕਿਹਾ ਕਿ ਅਸੀਂ ਇੱਕ ਰਾਜਨੀਤਿਕ ਪਲੇਟਫਾਰਮ ਮੁਹੱਈਆ ਕਰਵਾਉਣੇ ਆ। ਠੀਕ ਹੈ ਜੀ। ਉਹ ਜਿਹੜਾ ਰਾਜਨੀਤਿਕ ਪਲੇਟ ਇਹਨਾਂ ਨੇ ਮੁਹੱਈਆ ਕਰਾਉਣਾ ਸੀ, ਉਹ 'ਚ ਇਹਨਾਂ ਨੇ ਕੁਝ ਕੈਂਡੀਡੇਟ ਡਿਕਲੇਅਰ ਕੀਤੇ ਜਿਹਨਾਂ 'ਚ ਮਾਨ ਸਾਹਿਬ ਵੀ ਇੱਕ ਸੀਗੇ ਜੀ। ਉਸ ਪਲੇਟਫਾਰਮ ਨੂੰ ਸਿਰਫ ਤੇ ਸਿਰਫ ਮਾਨ ਸਾਹਿਬ ਨੂੰ ਛੱਡ ਕੇ ਕਿਸੇ ਵੀ ਕੈਂਡੀਡੇਟ ਨੇ ਇਲੈਕਸ਼ਨ ਨਹੀਂ ਲੜਿਆ ਇਹਨਾਂ ਦੇ ਕਹੇ ਤੇ ਜੀ। ਫਿਰ ਉਸ ਤੋਂ ਬਾਅਦ ਇਹ ਗਹਿਰੀ ਨੀਂਦ ਵਿੱਚ ਚਲੇ ਗਏ, ਸਮਾਧੀ ਲਾ ਲਈ ਇਹਨਾਂ ਨੇ ਜੀ। ਫਿਰ ਇਹਨਾਂ ਨੂੰ ਯਾਦ ਆਇਆ ਜਦੋਂ ਤਰਨਤਾਰਨ ਸਾਹਿਬ ਦਰਸ਼ਨ ਡਿਊਟੀ ਦਾ ਮਸਲਾ ਆਇਆ, ਜੀ। ਕਾਰ ਸੇਵਾ ਵਾਲੇ ਸਾਧ ਨੇ ਉਹਨੂੰ ਢਾਇਆ, ਜੀ। ਫਿਰ ਸੰਗਤ ਨੇ ਉਹਦੇ ਵਿੱਚ ਆਪਣਾ ਰੋਸ ਵਿਅਕਤ ਕੀਤਾ ਜਾਂ ਪ੍ਰੋਟੈਸਟ ਕੀਤਾ, ਇਹ ਰਾਤੋਂ ਰਾਤ ਫਿਰ ਪ੍ਰਗਟ ਹੋ ਗਏ ਉੱਥੇ ਆ ਜੀ। ਕੇ। ਉੱਥੇ ਆ ਕੇ ਇਹਨਾਂ ਨੇ ਉਹੀ ਬਰਗਾੜੀ ਮੋਰਚੇ ਦੇ ਤਰਜ਼ ਤੇ ਇਹਨਾਂ ਨੇ ਫਿਰ ਉੱਥੇ ਆ ਕੇ ਮੋਰਚਾ ਲਾ ਲਿਆ, ਮੀਟਿੰਗ ਕੀਤੀ। ਉਹ ਮੋਰਚਾ ਫਿਰ ਇਹਨਾਂ ਨੇ ਬਿਨਾਂ ਕਿਸੇ ਸਿੱਟੇ ਤੇ, ਬਿਨਾਂ ਦਰਸ਼ਨ ਡਿਊਟੀ ਦਾ ਕੋਈ ਮਤਲਬ ਉਹ ਸਾਹਿਬ ਦੇ ਖਿਲਾਫ ਕਾਰਵਾਈ ਕਰਨ ਤੇ ਫਿਰ ਇਹ ਸਮਾਪਤ ਕਰਕੇ, ਮਤਲਬ ਜਿਵੇਂ ਬਰਗਾੜੀ ਮੋਰਚਾ ਬਿਨਾਂ ਕਿਸੇ ਪ੍ਰਾਪਤੀ ਤੋਂ ਚੁੱਕਿਆ ਗਿਆ, ਤੁਹਾਡਾ ਕਹਿਣਾ ਹੈ ਬਿਲਕੁਲ ਉਹ ਸੇਮ ਪੈਟਰਨ, ਉਹ ਤਾਂ ਲਾ ਕੇ ਚੁੱਕਿਆ ਗਿਆ ਜੀ। ਇਹ ਤਾਂ ਲਾਂਦੇ ਸਾਰੇ ਕਦੋਂ ਲੱਗਿਆ ਤੇ ਕਦੋਂ ਚੁੱਕਿਆ ਇਹ ਵੀ ਨਹੀਂ ਮਤਲਬ ਆਪਾਂ ਕਹਿ ਸਕਦੇ ਹਾਂ, ਹਾਂਜੀ। ਲੇਕਿਨ ਇਹਨਾਂ ਨੇ ਉਹ ਕੀਤਾ ਹੈਗਾ, ਐਪੀਸੋਡ ਆਇਆ ਹੈਗਾ। ਉਸ ਤੋਂ ਬਾਅਦ ਫਿਰ ਇਹ ਜਾ ਕੇ ਆਪਣਾ ਆਰਾਮ ਫਰਮਾਉਣ ਲੱਗ ਪਏ। ਫਿਰ ਉਸ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਜੀ ਗੁਰੂ ਦਸ਼ਮੇਸ਼ ਪਿਤਾ ਦੇ ਸ਼ਖਸੀਅਤ ਦੇ ਸੰਬੰਧ ਵਿੱਚ ਕੁਝ ਟਿੱਪਣੀਆਂ ਕੀਤੀਆਂ ਤੇ ਸਿੱਖ ਸੰਗਤ ਨੂੰ ਬੜਾ ਇਤਰਾਜ਼ ਹੋਇਆ ਇਸ ਗੱਲ ਦਾ। ਇਸ ਇਨਸਾਨ ਨੇ ਫਿਰ ਆ ਕੇ ਐਂਟਰੀ ਲਈ ਤੇ ਇਹ ਕਹਿੰਦਾ ਵੀ ਮੈਂ ਮੋਦੀ ਦੇ ਖਿਲਾਫ ਪਰਚਾ ਦਰਜ ਕਰਾਵਾਂਗਾ, ਅਪੀਲ ਕੀਤੀ। ਆਪ ਖੁਦ ਇਹਨਾਂ ਨੇ ਇਸ ਗੱਲ ਦੀ ਮੋਹਰੇ ਹੋ ਕੇ ਮਤਲਬ ਗਵਾਹੀ ਭਰੀ ਕਿ ਮੈਂ ਕਰਵਾ ਕੇ ਪਿੱਛੇ ਨਹੀਂ ਹਟਾਂਗਾ ਜੀ। ਉਹ ਮੁੱਦਾ ਅੱਜ ਤੱਕ ਕਿੱਥੇ ਗਿਆ ਹੈਗਾ ਫਿਰ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ। ਮਤਲਬ ਕੁਝ ਸਮਾਂ ਆਉਂਦਾ ਇਹ ਦਰਸ਼ਨ ਦਿੰਦੇ ਆ, ਫਿਰ ਕਿੱਥੇ ਚਲੇ ਜਾਂਦੇ ਆ, ਫਿਰ ਆਉਂਦੇ ਤੇ ਫਿਰ ਚਲੇ ਜਾਂਦੇ ਹੈਗੇ ਆ। ਕਿਆ ਇੱਕ ਜਿਹੜਾ ਗੁਰੂ ਦਾ ਖਾਲਸਾ ਹੈਗਾ ਉਸ ਦੀ ਜਿਹੜੀ ਸ਼ਖਸੀਅਤ ਇਹ ਥੋੜੀ ਕਹਿੰਦੀ ਹੈਗੀ ਕਿ ਤੁਸੀਂ ਕੁਝ ਕਹਿੰਦੇ ਆ ਉਸ ਤੇ ਤੁਸੀਂ ਪਹਿਰਾ ਵੀ ਨਾ ਦਿਓ। ਹੁਣ ਲੇਟੈਸਟ ਕੀ ਹੋਇਆ, ਜਿਸ ਗੱਲ ਦਾ ਮੈਨੂੰ ਜ਼ਿਆਦਾ ਇਤਰਾਜ਼ ਹੈਗਾ ਕਿ ਬਾਰ-ਬਾਰ ਤਾਂ ਤੁਸੀਂ ਉਹੀ ਆਪਣਾ ਦੁਹਰਾ ਰਹੇ ਨੇ ਜੋ ਤੁਹਾਡੀ ਆਦਤ ਬਣ ਚੁੱਕੀ ਹੈ। ਠੀਕ, ਹੁਣ ਇਹਨਾਂ ਨੇ ਜਦੋਂ ਆ ਨਵੀਂ ਸਿੱਟ ਨੇ ਐਲਕੇ ਜਾਦੂ ਸਾਹਿਬ ਦੀ ਜਿਹੜੀ ਅਗਵਾਈ ਦੇ ਵਿੱਚ ਕਾਰਵਾਈ ਕਰ ਰਹੀ ਹੈਗੀ ਉਹਦੇ ਸੰਬੰਧ ਵਿੱਚ ਸਮਨਿੰਗ ਹੋਇਆ ਕੁਛ ਆਗੂ ਸਾਹਿਬਾਨ ਨੂੰ, ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਦੁਬਾਰਾ। ਇਹਨਾਂ ਨੇ ਫਿਰ ਉਸ ਤੋਂ ਪਹਿਲਾਂ ਤਾਂ ਬਰਗਾੜੀ ਦੇ ਵਿੱਚ ਮੀਟਿੰਗ ਹੋਈ ਹੈ। ਉਸ ਮੀਟਿੰਗ ਦੇ ਵਿੱਚ ਉਹੀ ਜਥੇਬੰਦੀਆਂ ਲਗਭਗ ਉੱਥੇ ਆਈਆਂ, ਉੱਥੇ ਗੱਲਬਾਤ ਹੋਈ। ਉਹਦੇ ਵਿੱਚ ਫਿਰ ਉੱਥੇ ਸਾਰਿਆਂ ਨੇ ਦੇਖਿਆ ਹੈਗਾ ਉੱਥੇ ਆਪਸ ਵਿੱਚ ਕਿਵੇਂ ਮਤਭੇਦ ਪੈਦਾ ਹੋਏ ਤੇ ਉਹ ਕਿਵੇਂ ਮਤਲਬ ਉਹਦੇ ਵਿੱਚ ਇਹਨਾਂ ਨੇ ਨਮੋਸ਼ੀ ਦਾ ਸਾਹਮਣਾ ਕਰਵਾਇਆ ਹੈਗਾ ਜੀ। ਧਿਰ ਉਹਦੇ ਵਾਸਤੇ ਜਿਹੜੀ ਜ਼ਿੰਮੇਵਾਰ ਸੀ ਕਿ ਸਾਰਿਆਂ ਨੇ ਦੇਖ ਲਈ ਕਿਹੜੀ ਧਿਰ ਜ਼ਿੰਮੇਵਾਰ ਰਹੀ ਹੈਗੀ ਹੈ। ਸਿਰਫ ਤੇ ਸਿਰਫ ਗੁਰੂ ਸਾਹਿਬ ਦੇ ਨਾਂ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਇਹ ਲੋਕ ਸਰਗਰਮ ਹੋ ਜਾਂਦੇ ਨੇ ਜੀ। ਮਤਲਬ ਕੋਈ ਤਾਂ ਮਿਆਰ ਰੱਖਣ ਨਾ ਆਪਣੀ ਸਿਆਸਤ ਨੂੰ ਕਰਨ ਦਾ, ਇਹ ਤਾਂ ਗੁਰੂ ਸਾਹਿਬ ਨੂੰ ਵੀ ਨਹੀਂ ਬਖਸ਼ ਰਹੇ। ਇਹ ਇਤਰਾਜ਼ ਹੈ ਮੇਰਾ ਵੱਡਾ। ਫਿਰ ਤੇ ਪਹਿਰਾ ਵੀ ਨਹੀਂ ਦਿੰਦੇ ਜੀ, ਜਿਹੜੀ ਗੱਲ ਕਹਿ ਜਾਂਦੇ ਆ ਉਹ ਪੂਰੀ ਨਹੀਂ ਕਰਦੇ, ਬਿਲਕੁਲ ਨਹੀਂ ਕਰਦੇ ਜੀ। ਤੇ ਇਹ ਕੋਈ ਰਾਜਨੀਤੀ ਕਰਨ ਦਾ ਮਿਆਰ ਨਹੀਂ ਹੈਗਾ ਜੀ। ਦੂਸਰਾ, ਹੁਣ ਉਸ ਤੋਂ ਬਾਅਦ ਮੰਡ ਸਾਹਿਬ ਉੱਥੇ ਨਹੀਂ ਮਤਲਬ ਆਏ ਜਾਂ ਨਹੀਂ ਬੁਲਾਏ, ਇਹ ਨਹੀਂ ਮੈਨੂੰ ਪਤਾ। ਇਹ ਅਕਾਲ ਤਖਤ ਸਾਹਿਬ ਤੇ ਆਏ ਪਿਛਲੇ ਕੁਝ ਦਿਨ ਪਹਿਲਾਂ। ਇਹਨਾਂ ਨੇ ਉੱਥੇ ਆ ਕੇ ਬਰਗਾੜੀ ਦੇ ਸੰਬੰਧ ਵਿੱਚ ਜੋ ਇਹਨਾਂ ਨੇ ਅੱਜ ਤੱਕ ਮੰਨੇ ਨਹੀਂ ਸੀਗੇ ਕਿ ਮੈਂ ਕੋਈ ਗਲਤੀ ਕੀਤੀ ਹੈ। ਇਹਨਾਂ ਨੇ ਪਹਿਲੀ ਵਾਰ ਅਕਾਲ ਤਖਤ ਸਾਹਿਬ ਤੇ ਆ ਕੇ ਆਪਣੇ ਸੱਜਣਾ ਮਿੱਤਰਾਂ ਨਾਲ ਆਏ, ਆ ਕੇ ਇਹਨਾਂ ਨੇ ਫਿਰ ਮੀਡੀਆ ਦੇ ਹਾਜ਼ਰੀ ਦੇ ਵਿੱਚ ਇਹਨਾਂ ਨੇ ਇੱਕ ਮਾਫੀਨਾਮਾ ਮੰਗਿਆ। ਉਹ ਮਾਫੀ ਮੰਗ ਕੇ ਫਿਰ ਇਹਨਾਂ ਨੇ ਆਪਣੇ ਆਪ ਨੂੰ ਬਰੀ ਕਰ ਲਿਆ। ਇਹ ਕਿਹੜਾ ਸਿਧਾਂਤ ਹੈ ਜੀ? ਤੇ ਮਾਫੀ ਮੰਗ ਰਿਹਾ ਤੁਸੀਂ, ਗੁਨਾਹਗਾਰ ਹੋਵੇ ਬੰਦਾ, ਮਾਫੀ ਮੰਗਦਾ ਹੋਵੇ ਤੇ ਆਪਣੇ ਆਪ ਨੂੰ ਬਰੀ ਵੀ ਆਪ ਕਰਦਾ ਹੋਵੇ, ਕੀ ਸਿੱਖੀ ਸਿਧਾਂਤ ਇਹ ਹੈਗਾ? ਮਾਫੀ ਮੰਗ ਲਈ, ਗੁਨਾਹ ਮੰਨ ਲਿਆ, ਇਹ ਚੰਗੀ ਗੱਲ ਹੈ, ਤੈਨੂੰ ਬਰੀ ਕਰ ਦਿੱਤਾ ਜੀ, ਇਹ ਅਧਿਕਾਰ ਨਹੀਂ ਹੈਗਾ ਤੁਹਾਡੇ ਕੋਲ ਹਜੇ ਮਿਲਿਆ ਤੁਹਾਨੂੰ। ਮਤਲਬ ਇਹ ਇੱਕ ਕੋਰਟ ਮੰਨ ਲਓ, ਜੱਜ ਮੰਨ ਲਓ, ਕੋਈ ਜੱਜ ਹੋਵੇ ਤੇ ਉਹ ਕਵੇ ਵੀ ਮੇਰੇ ਤੋਂ ਫਲਾਣੀ ਗਲਤੀ ਹੋ ਗਈ ਤੇ ਮੈਂ ਆਪਣੇ ਆਪ ਨੂੰ ਆਪੇ ਹੀ ਮਾਫ ਕਰ ਰਿਹਾ ਜੀ, ਆ ਮੈਂ ਜੱਜਮੈਂਟ ਦੇ ਦਿੱਤੀ। ਸਿੱਖੀ ਸਿਧਾਂਤ ਨਹੀਂ ਜੀ ਕਹਿੰਦੇ ਜੀ। ਸਿੱਖੀ ਸਿਧਾਂਤ ਦੇ ਵਿੱਚ ਬੇਸ਼ੱਕ ਅਸੀਂ, ਮੈਂ ਖੁਦ ਆਪਣੇ ਆਪ ਤੇ ਲਾਣਾ, ਠੀਕ ਹੈ, ਮੈਂ ਸਾਬਤ ਸੂਰਤ ਨਹੀਂ ਹੈਗਾ ਜੀ, ਮੇਰੇ 'ਚ ਇਹ ਕਮੀ ਹੈਗੀ ਹੈ, ਮੈਂ ਗੁਰੂ ਸਾਹਿਬ ਦਾ ਦੋਸ਼ੀ ਹੋ ਸਕਦਾ, ਮੈਂ ਤਾਂ ਮੰਨਦਾ, ਮੇਰੇ ਵਰਗੇ ਹਜ਼ਾਰਾਂ ਨੌਜਵਾਨ ਇਦਾਂ ਮੰਨਦੇ ਨੇ। ਲੇਕਿਨ ਇਹ ਉਹ ਲੋਕ
ਜਿਹੜੇ ਆਪਣ ਆਪ ਨੂੰ ਇਹ ਕਹਿੰਦੇ ਨੇ ਕਿ ਅਸੀਂ ਤੇ ਸਾਬਤ ਸੂਰਤ ਹੈ, ਅੰਮ੍ਰਿਤਧਾਰੀ ਆ, ਪਰ ਜਿਹੜੀ ਇਹਨਾਂ ਦੀ ਕਿਰਦਾਰ ਹੈਗਾ ਉਹ ਕਿਰਦਾਰ ਉਸ ਚੀਜ਼ ਨਾਲ ਮੇਲ ਖਾਂਦਾ ਜਿਹੜਾ ਗੁਰੂ ਸਾਹਿਬ ਨੇ ਰਹਿਤਨਾਮੇ ਦੇ ਵਿੱਚ ਕਿਹਾ ਸੀਗਾ ਵੀ ਜਬ ਤੱਕ ਖਾਲਸਾ ਰਹੇ ਨਿਆਰਾ ਜੀ 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 तब तक तेज दऊ मैं सारा, जब गहे बपरन की रीत मैं ना करूं इसकी ਪ੍ਰਤੀਤ ਪ੍ਰਤੀਤ। ਜੀ ਇਹ ਤਾਂ ਉਸ ਕੈਟਾਗਰੀ ਵਿੱਚ ਆਉਂਦੇ ਨੇ ਲੋਕ ਜੇ ਦੇਖਿਆ ਜਾਵੇ। ਫਿਰ ਕਿਆ ਇਹਨਾਂ ਨੂੰ ਹੱਕ ਹੈ ਕਿ ਇਹ ਆਪਣੇ ਆਪ ਨੂੰ ਮਤਲਬ ਅਗਵਾਈ ਕਰਨ ਦੀ ਇਹ ਕੋਈ ਰੱਖਦੇ ਹੈਗੇ ਆ ਹੈਸੀਅਤ? ਤੁਸੀਂ ਇੱਕ ਆਡੀਓ ਦੇ ਵਿੱਚ ਵਾਰ-ਵਾਰ ਤੁਸੀਂ ਨਾ ਜ਼ੋਰ ਦੇ ਰਹੇ ਹੋ ਮੰਡ ਸਾਹਿਬ ਨੂੰ ਕਿ ਜਿਹੜਾ ਪੈਸਿਆਂ ਦਾ ਕੋਈ ਹਿਸਾਬ ਕਿਤਾਬ ਆ, ਪੈਸੇ ਵਾਲੀ ਗੱਲ ਆ, ਉਹ ਕੀ ਉਹ ਗੱਲ ਇਹ ਹੈ ਜੀ, ਮੈਂ ਮੰਡ ਸਾਹਿਬ ਨੂੰ ਪੁੱਛਿਆ ਕਿ ਮੰਡ ਸਾਹਿਬ ਤੁਸੀਂ ਸਟੇਜ ਤੇ ਇੱਕ ਗੱਲ ਬੋਲੀ, ਪੈਸਾ ਦੇਖੋ ਸਿੱਖ ਸੰਗਤ ਨੇ ਜੋ ਸੁਣਨ ਵਿੱਚ ਆਇਆ ਸੀਗਾ, ਜੋ ਗੱਲਾਂ ਸੀਗੀਆਂ, ਲੱਖਾਂ ਦੇ ਮਤਲਬ ਸੰਬੰਧ ਵਿੱਚ ਪੈਸਾ ਹਮੇਸ਼ਾ ਸੰਗਤ ਦਿੰਦੀ ਆਈ ਹੈ। ਕੋਈ ਵੀ ਇੱਥੇ ਪੰਜਾਬ ਦੇ ਵਿੱਚ ਐਜੂਕੇਸ਼ਨ ਹੋਈ ਹੈ, ਲੋਕਾਂ ਵੱਲੋਂ ਸੰਗਤ ਵੱਲੋਂ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹੀ, ਵੱਧ ਚੜ ਕੇ ਹਿੱਸਾ ਪਾਉਂਦੇ, ਆਪਣੀ ਹੈਸੀਅਤ ਨਾਲ ਵੱਧ ਪਾਉਂਦੇ ਨੇ। ਲੇਕਿਨ ਹਮੇਸ਼ਾ ਜਿਹੜੇ ਆਗੂ ਨੇ ਉਹ ਗਦਾਰੀ ਕਰਦੇ ਰਹੇ ਹੈ ਜੀ, ਔਰ ਉਸ ਗਦਾਰੀ ਦਾ ਜਿਹੜਾ ਖਮਿਆਜਾ ਹੈਗਾ ਉਹ ਲੋਕ ਭੁਗਤ ਰਹੇ ਨੇ, ਪੰਥ ਭੁਗਤ ਰਿਹਾ ਹੈਗਾ। ਇਹ ਕਦੋਂ ਤੱਕ ਚੱਲਦਾ ਰਹੇਗਾ? ਕਦੋਂ ਬੰਦ ਹੋਏਗਾ ਜੀ? ਕਦੋਂ ਇਹਨਾਂ ਨੂੰ ਆਸੇ ਸਵਾਲ ਕਰਾਂਗੇ? ਕਦੋਂ ਤੱਕ ਇਹਨਾਂ ਵੱਲ ਝਾਕਦੇ ਰਹਾਂਗੇ? ਜਦੋਂ ਇਹਨਾਂ ਦਾ ਕਿਰਦਾਰ ਹੀ ਸਾਨੂੰ ਪਤਾ ਹੈਗਾ, ਅੱਜ ਤੱਕ ਇਹਨਾਂ ਦਾ ਕਿਰਦਾਰ ਹੀ ਇਹ ਰਿਹਾ ਹੈਗਾ ਕਿ ਕੁਝ ਕਰਨ ਦੀ ਕਾਬਲੀਅਤ ਰੱਖਦੇ ਨਹੀਂ ਹੈਗੇ। ਜਦ ਇਹਨਾਂ 'ਚ ਕਾਬਲੀਅਤ ਨਹੀਂ ਹੈਗੀ, ਕਿ ਇਹਨਾਂ ਨੂੰ ਖੁਦ ਆਪਣੇ ਆਪ ਇਮਾਨਦਾਰੀ ਨਾਲ ਘਰ ਨਹੀਂ ਬੈਠ ਜਾਣਾ ਚਾਹੀਦਾ? ਰਹਿਣ ਦੇਣ, ਜਦੋਂ ਇਹਨਾਂ ਦੇ ਵੱਸ ਦਾ ਕੰਮ ਨਹੀਂ ਹੈਗਾ। ਗੁਰੂ ਚਾਹੂਗਾ ਤਾਂ ਆਪੇ ਕਰ ਲੂਗਾ, ਕੋਈ ਨਹੀਂ ਹੋਊਗਾ ਤਾਂ ਘੱਟ ਤੇ ਘੱਟ ਨਮੋਸ਼ੀ ਤਾਂ ਨਹੀਂ ਆਊਗੀ ਜਿਹੜੀ ਵਾਰ-ਵਾਰ ਇਹ ਕਰਦੇ ਨੇ। ਉਹ ਪੈਸਾ ਮੰਡ ਸਾਹਿਬ ਨੇ ਸਟੇਜ ਤੇ ਬੋਲਿਆ ਸੀ 22 ਜਾਂ 24 ਲੱਖ ਰੁਪਏ ਦੀ ਗੱਲ ਸੀਗੀ ਜੀ, ਜਿਹੜਾ ਕਹਿੰਦਾ ਵੀ ਹਿਸਾਬ ਤਾਂ ਮੇਰੇ ਕੋਲ ਪਿਆ, ਜਦੋਂ ਮਰਜ਼ੀ ਕੋਈ ਆ ਕੇ ਲੈ ਲਵੇ, ਇੱਕ ਪਾਈ ਮੈਂ ਲਿਖੀ ਪਈ ਹੈਗੀ ਹੈ। ਉਹ ਪੈਸਾ ਇਹ ਕਹਿੰਦੇ ਮੈਂ ਪੰਥ ਦੇ ਹਵਾਲੇ ਕਰ ਦਿੱਤਾ। ਕਦੇ ਅੱਜ ਤੱਕ ਕੋਈ ਦੱਸੇ ਸੱਜਣ ਉਹ ਪੰਥ ਦੇ ਕਿਹਦੇ ਹਵਾਲੇ ਕੀਤਾ ਕਦੇ ਇਹਨਾਂ ਨੇ ਦੱਸਿਆ ਹੋਵੇ? ਕੋਈ ਇੱਕ ਨਾਮ ਹੈ ਪੰਥ ਕਿਸੇ ਧੜੇ ਨੂੰ ਦਿੱਤਾ ਜੀ, ਕਹਿ ਦਿੱਤਾ ਮੈਂ ਦੇ ਦਿੱਤਾ, ਗਿਆ ਕਿੱਥੇ ਪੈਸਾ? ਉਹ ਅੱਜ ਤੱਕ ਇਹਨਾਂ ਨੇ ਉਹਦਾ ਹਿਸਾਬ ਨਹੀਂ ਦਿੱਤਾ। ਫਿਰ ਇਹ ਕਹਿੰਦੇ ਆ ਕੇ ਮੇਰੇ ਨਾਲ ਬੈਠ ਕੇ ਗੱਲ ਕਰ ਲਓ ਉਸ ਵਿਸ਼ੇ ਤੇ ਜੀ। ਜਦੋਂ ਸੰਗਤ ਦਾ ਪੈਸਾ, ਸੰਗਤ ਦੀ ਗੱਲ ਹੈਗੀ ਹੈ, ਤਾਂ ਹਿਸਾਬ ਸੰਗਤ ਦੇ ਵਿੱਚ ਕਿਉਂ ਨਹੀਂ? ਅੰਦਰ ਬੈਠ ਕੇ ਕੀ ਅਸੀਂ ਕੋਈ ਚੋਰੀ ਕੀਤੀ ਜਿਹੜੀ ਅੰਦਰ ਬੈਠ ਕੇ ਗੱਲ ਕਰੀਏ ਜੀ? ਮੈਂ ਉਸ ਤੋਂ ਬਾਅਦ ਇਹਨਾਂ ਨਾਲ ਟੈਲੀਫੋਨ ਦੀ ਰਾਬਤਾ ਵੀ ਕੀਤਾ ਜੀ, ਫੋਨ ਹੀ ਨਹੀਂ ਚੁੱਕਿਆ ਨਹੀਂ। ਹੁਣ ਪਿਛਲੇ ਕੁਝ ਸਮੇਂ ਤੋਂ ਉਹ ਫੋਨ ਇਹਨਾਂ ਦਾ ਮਿਲੇ ਨਹੀਂ ਰਿਹਾ। ਤੁਸੀਂ ਟਰਾਈ ਕਰੋਗੇ ਹੁਣੇ ਫੋਨ? ਬਿਲਕੁਲ ਮੈਂ ਕਰ ਸਕਦਾ, ਦਰਸ਼ਕ ਲਾਈਵ ਦੇਖ ਲੈਣਗੇ। ਬਿਲਕੁਲ ਆਹ ਦੇਖੋ ਜੀ, ਮੈਂ ਤੁਹਾਨੂੰ ਹੁਣੇ ਦੱਸ ਸਕਦਾ ਜਿਹੜਾ ਇਹਨਾਂ ਦਾ ਉਹ ਨੰਬਰ ਹੈ। ਨੰਬਰ ਪਹਿਲੇ 3-4 ਮੈਂ ਦੱਸ ਸਕਦਾ 97803 ਸਮਥਿੰਗ ਨੰਬਰ ਹੈ। ਮੈਂ ਪੂਰਾ ਨੰਬਰ ਨਹੀਂ ਬੋਲ ਰਿਹਾ, ਪਹਿਲੀਆਂ 5 ਫਿਗਰਸ ਬੋਲਤੀਆਂ। ਇਹ ਇਹਨਾਂ ਦਾ ਜਿਹੜਾ ਨੰਬਰ ਹੈਗਾ, ਜਦੋਂ ਮੈਂ ਟਰਾਈ ਕਰਦਾ ਹੈਗਾ, ਉਹ ਤੋਂ ਬਾਅਦ ਇਹਨਾਂ ਨੂੰ ਟਾਈਮ ਲੈਣ ਦੀ ਵੀ ਬੰਦੇ ਉਹ ਕਹਿਣਗੇ ਅਸੀਂ ਆ ਜਾਈਏ, ਤੇ ਆਹ ਕੁਛ ਹੁੰਦਾ ਪਿਆ। ਹੈਂਡ ਫ੍ਰੀ ਕਰਕੇ ਸੁਣਾ ਲਓ ਜੀ, ਕੋਈ ਹਿਲਜੁਲ ਨਹੀਂ ਹੋ ਰਹੀ? ਨਹੀਂ, ਦੁਬਾਰਾ ਟਰਾਈ ਕਰੋ ਕੱਟ ਕੇ ਲਓ, ਤਾਂ ਕਿ ਜੇ ਕੋਈ ਮੰਡ ਸਾਹਿਬ ਫੋਨ ਚੱਕਦੇ ਵੀ ਹੈ ਹੁਣ ਤਾਂ ਉਹਨਾਂ ਨਾਲ ਇਮੀਡੀਏਟਲੀ ਹੁਣੇ ਗੱਲ ਕੀਤੀ ਜਾ ਸਕੇ। ਬਿਲਕੁਲ, ਕਿਉਂਕਿ ਜਿਵੇਂ ਤੁਸੀਂ ਗੱਲ ਕਹਿ ਦਿੱਤੀ ਕਿ ਗੱਲ ਤਾਂ ਸੰਗਤ ਦੀ ਹੈ, ਗੱਲ ਕੌਮ ਦੀ ਹੈ, ਤਾਂ ਕੋਈ ਲੁਕਾ ਛਿਪੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਬਿਲਕੁਲ, ਨਾਲੇ ਇਹਨਾਂ ਨੇ ਔਨ ਰਿਕਾਰਡ ਸਟੇਜ ਤੇ ਬੋਲਿਆ ਹੋਇਆ ਕਿ ਜਿਹੜੇ ਪੈਸੇ ਬਚੇ ਸੀ ਬਰਗਾੜੀ ਮੋਰਚੇ, ਕਾਲ ਕੀਤਾ ਗਿਆ ਨੰਬਰ ਠੀਕ ਨਹੀਂ ਹੈ, ਕਿਰਪਾ ਕਰਕੇ डायल किए गए नंबर की जांच करो। ये नंबर आपके द्वारा डायल किया गया नंबर अमान्य है, कृपया डायल किए गए नंबर की किसी वेले नेटवर्क की प्रॉब्लम करके भी इतना is invalid। लो जी, जितनी बार कहूंगे उतनी बार डायल हो जाएगा। ਇਹਦੇ 10 ਡਿजिट पूरे ने नंबर ਦੇ? बिल्कुल जी। कॉल किया गया नंबर ठीक नहीं है, कृपा करके डायल किए गए नंबर की जांच करो। 97803 01 ਅੱਗੇ 3 ਨੰਬਰ ਹੋਰ ਨੇ। ਠੀਕ ਹੈ ਜੀ, ਮਤਲਬ ਇਸੇ ਨੰਬਰ ਤੇ ਤੁਸੀਂ ਉਦੋਂ ਗੱਲ ਕੀਤੀ ਸੀ? ਇਸੇ ਨੰਬਰ ਤੇ ਮੇਰੇ ਨਾਲ ਗੱਲ ਹੋਈ ਸੀ, ਇਹੀ ਨੰਬਰ ਸੀ ਮੇਰੇ ਕੋਲ ਜਿਹਦੇ ਇਹਨਾਂ ਨਾਲ ਗੱਲ ਹੋਈ ਸੀ। ਠੀਕ ਹੈ ਜੀ, ਚਲੋ ਕੋਈ ਨਹੀਂ, ਤੁਸੀਂ ਹੁਣ ਰੱਖੋ, ਥੋੜਾ ਜਿਹਾ ਸਾਨੂੰ ਕਨਫਰਮ ਹੋ ਸਕਦਾ ਉਹਨਾਂ ਨੇ ਨੰਬਰ ਬੰਦ ਕਰਤਾ ਜਾਂ ਕੋਈ ਨਵਾਂ ਨੰਬਰ ਲੈ ਲਿਆ। ਮਤਲਬ ਜਿਹੜੇ ਨੰਬਰ ਤੇ ਤੁਹਾਡੀ ਪਹਿਲਾਂ ਗੱਲ ਹੋਈ ਸੀ ਜਾਂ ਚੁੱਕਿਆ ਵੀ ਨਹੀਂ ਨੰਬਰ ਸੀ, ਚੁੱਕਿਆ ਵੀ ਨਹੀਂ ਜੀ ਕਦੇ, ਉਸ ਤੋਂ ਬਾਅਦ ਚੱਕਿਆ ਵੀ ਨਹੀਂ। ਹੁਣ ਆ ਕੁਛ ਆ ਰਿਹਾ ਹੈਗਾ ਪਿਛਲੇ ਸਮੇਂ ਤੋਂ। ਤੇ ਮਤਲਬ ਇੱਕ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ 22 ਲੱਖ ਦਾ 24 ਲੱਖ ਜਿੰਨਾ ਵੀ ਮੰਡ ਸਾਹਿਬ ਨੇ ਉਦੋਂ ਅਨਾਉਂਸ ਕੀਤਾ ਸੀ ਸਟੇਜ ਤੇ ਕਿ ਪੰਥ ਨੂੰ ਦੇ ਦਿੱਤਾ, ਉਹ ਪੰਥ ਸਪਸ਼ਟ ਨਹੀਂ ਹੈਗਾ ਕਿ ਕਿਹੜਾ ਪੰਥ ਆ। ਬਿਲਕੁਲ, ਕੋਈ ਜਥੇਬੰਦੀ ਆ ਜਾਂ ਕੋਈ ਅਕਾਲ ਤਖਤ ਤੇ ਜਾ ਕੇ ਪੇਸ਼ ਹੋ ਕੇ ਕੀ ਦਿੱਤਾ ਜਾਂ ਕੋਈ ਬੈਂਕ ਤੇ ਜਮ੍ਹਾਂ ਸਪਸ਼ਟ ਹੋਣੀ ਚਾਹੀਦੀ ਨਾ ਜੀ ਗੱਲ, ਤਾਂ ਪਤਾ ਲੱਗੇ। ਸਪਸ਼ਟ ਨਹੀਂ ਹੋਈ ਅਜੇ ਤੱਕ। ਜੀ ਜੀ ਜੀ। ਫਿਰ ਉਹ ਇੱਕ ਗੱਲ ਕਹਿ ਰਹੇ ਨੇ ਬਾਰ-ਬਾਰ ਕਿ ਸਮਾਂ ਆਉਣ ਤੇ ਮੈਂ ਜਿਹੜੇ ਸਾਰੇ ਆਨਸਰ ਦੇ ਦਾਂਗਾ। ਸਮਾਂ ਆਉਣ ਤੇ ਪਿਛਲੇ 2.5 ਸਾਲ ਤੋਂ ਕੀ ਸਮਾਂ ਨਹੀਂ ਆਇਆ ਹੈਗਾ ਕਿ ਆਪਣੇ ਆਪ ਉਹ ਦੱਸ ਦੇਣ ਜੀ।
ਹੁਣ ਉਹਨਾਂ ਨੇ ਫਿਰ ਇਹੀ ਗੱਲ ਫਿਰ ਜਦੋਂ ਅਕਾਲ ਤਖਤ ਸਾਹਿਬ ਤੇ ਗਏ ਆ ਉਦੋਂ ਵੀ ਉਹਨਾਂ ਨੇ ਇਹੀ ਸ਼ਬਦ ਵਰਤੇ ਜਿਹੜਾ 2.5 ਸਾਲ ਪਹਿਲਾਂ ਵਰਤ ਰਹੇ ਸੀਗੇ ਜੀ। ਉਹ ਕਿੰਨੇ ਸਾਲ ਲੱਗਣੇ ਜੀ ਉਹ ਸਮਾਂ ਆਉਣ ਵਾਸਤੇ। ਫਿਰ ਇੱਕ ਗੱਲ ਹੋਰ ਹੈਗੀ ਆ ਜੀ। ਹੁਣ ਇਹ ਫਿਰ ਅਗਵਾਈ ਕਰਨ ਵਾਸਤੇ ਸੋਚ ਰਹੇ ਨੇ। ਜਦੋਂ ਪਹਿਲਾਂ ਤੁਸੀਂ ਇੰਨੀ ਜ਼ਿਆਦਾ ਮਤਲਬ ਸੰਗਤ ਦੀ ਜਿਹੜੀ ਸਹਿਯੋਗ ਦੇ ਬਾਵਜੂਦ ਵੀ ਤੁਸੀਂ ਬੇਪਰਵਾਹ ਹੋ ਕੇ ਤੁਸੀਂ ਤਾਨਾਸ਼ਾਹੀ ਦਾ ਰਵੱਈਆ ਆਪਾਂ ਇਹਨੂੰ ਕਹਾਂਗੇ ਅਪਣਾ ਕੇ ਤੁਸੀਂ ਕਿਸੇ ਨੂੰ ਪੁੱਛਿਆ ਨਹੀਂ ਗਿਣਿਆ ਨਹੀਂ, ਤੁਸੀਂ ਧਰਨਾ ਖਤਮ ਕਰ ਦਿੱਤਾ ਮੋਰਚਾ ਹੋ ਜੀ। ਹੁਣ ਤੁਹਾਤੋਂ ਕੀ ਆਸ ਰੱਖਾਂਗੇ? ਤੁਸੀਂ ਤੁਹਾਨੂੰ ਮੈਂ 4 ਇਹਨਾਂ ਦੇ ਐਪੀਸੋਡ ਗਿਣਾਤੇ, ਉਸ ਤੋਂ ਬਾਅਦ ਧੰਨ ਸਾਹਿਬ ਦੀ ਡਿਊਟੀ ਦਾ, ਮੋਦੀ ਵਾਲਾ, ਤੇ ਹੁਣ ਫੇਰ ਸਰਗਰਮ ਹੋਏ ਨੇ। ਉਹ ਤੋਂ ਪਹਿਲਾਂ ਇਹਨਾਂ ਨੇ ਇੱਕ ਪੋਲੀਟੀਕਲ ਪਾਰਟੀ ਖੜੀ ਕਰਨ ਦੀ ਗੱਲ ਕੀਤੀ ਸੀ, ਪਲੇਟਫਾਰਮ ਦੇਵਾਂਗੇ। ਹਾਂਜੀ। ਹੁਣ ਤੱਕ ਕੀਤਾ ਤਾਂ ਕੁਝ ਵੀ ਨਹੀਂ ਹੈਗਾ ਇਹਨਾਂ ਨੇ ਅੱਜ ਤੱਕ। ਬਿਲਕੁਲ ਬੈਡ ਮੀਨਸ ਇਹ ਕਰਨ ਦੀ ਕਾਬਲੀਅਤ ਨਹੀਂ ਰੱਖਦੇ ਹੈਗੇ ਤੇ ਫਿਰ ਆ ਕੇ ਚੌਂਕੜਾ ਮਾਰ ਕੇ ਬੈਠਣ ਦੀ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈਗੀ ਹੈ। ਸਿਰਫ ਇੱਕ ਹੀ ਮਕਸਦ ਹੋਇਆ ਨਾ ਕਿ ਪੈਸਾ ਲੁੱਟਿਆ ਸੰਗਤ ਦਾ ਤੇ ਖਾ ਲਿਆ, ਜਦੋਂ ਮੁੱਕ ਗਿਆ ਤੇ ਫਿਰ ਬਹਿ ਜਾਓ ਆ ਕੇ ਚੌਂਕੜੇ ਮਾਰ ਕੇ। ਇਹ ਵਧੀਆ ਇੱਕ ਬਿਜ਼ਨਸ ਆਪਣੇ ਆਪ ਧੰਦਾ ਹੀ ਬਣਾਇਆ ਹੋਇਆ, ਸਭ ਤੋਂ ਸੌਖਾ ਬਿਜ਼ਨਸ। ਨਹੀਂ ਫਿਰ ਇਹ ਧੰਦਾ ਹੀ ਕਹਿ ਸਕਦੇ ਆਪਾਂ। ਬਿਲਕੁਲ ਠੀਕ ਹੈ ਨਾ ਜੀ। ਇਹ ਧੰਦਾ ਹੁਣ ਨਹੀਂ ਚੱਲਣ ਦੇਣਾ ਹੈਗਾ ਸੰਗਤ ਨੇ ਜੀ। ਕਿੰਨਾ ਚਿਰ ਇਹ ਪੰਜਾਬ ਨੂੰ ਇਦਾਂ ਲੁੱਟਦੇ ਰਹਿਣਗੇ, ਕਿੰਨਾ ਚਿਰ ਇਮੋਸ਼ਨਸ ਨੂੰ ਸਾਡੀਆਂ ਨੂੰ ਜਿਹੜੀਆਂ ਹੈਗੀਆਂ ਉਹ ਛਲਣੀ ਕਰਦੇ ਰਹਿਣਗੇ। ਕੌਣ ਇਹਨਾਂ ਨੂੰ ਇਜਾਜ਼ਤ ਦਿੰਦਾ ਰਹੂਗਾ ਇਦਾਂ? ਇਹ ਪੋਸੀਬਲ ਨਹੀਂ ਹੈਗਾ। ਕਦੇ ਨਾ ਕਦੇ ਇਹਨਾਂ ਨੂੰ ਸਵਾਲ ਇਹ ਕਰਕੇ ਇਹਨਾਂ ਨੂੰ ਬੈਕਗੇਅਰ ਜਿਹੜਾ ਹੈਗਾ ਜਵਾਬ ਵੀ ਦੇਣੇ ਪੈਣਗੇ। ਬਿਲਕੁਲ ਦੇਣੇ ਪੈਣਗੇ ਜੀ, ਸਪਸ਼ਟ ਦੇਣੇ। ਹੁਣ ਵੀ ਮੈਂ ਕਹਾਂਗਾ ਜਿਹੜਾ ਉਹ ਪੈਸੇ ਦੀ ਗੱਲ ਹੈਗੀ ਹੈ, ਗੱਲ 22-24 ਲੱਖ ਦੀ ਨਹੀਂ ਹੈਗੀ, ਗੱਲ ਸਿਰਫ ਇਹ ਹੈਗੀ ਹੈ ਪਾਰਦਰਸ਼ਤਾ ਦੀ। ਤੇ ਇਹਨਾਂ ਨੂੰ ਸੰਗਤ ਦੇ ਵਿੱਚ ਬੈਠ ਕੇ ਹੁਣ ਵੀ ਪਾਬੰਦ ਕਰਾਂਗੇ ਕਿ ਜਵਾਬ ਦਿਓ ਪੈਸਾ ਕਿਹੜੇ ਪੰਥ ਦੇ ਕੋਲ ਹਵਾਲੇ ਕੀਤਾ ਹੋਇਆ ਔਰ ਪੈਸਾ ਕਿੱਥੇ ਵਰਤਿਆ ਗਿਆ ਜੀ। ਗੱਲ ਇਹ ਹੈ। ਉਸ ਤੋਂ ਇਲਾਵਾ ਵੀ ਲੱਖਾਂ ਰੁਪਏ ਜਿਹੜੇ ਹੈਗੇ ਸੰਗਤ ਨੇ ਦਿੱਤੇ ਸੀਗੇ ਉਹਦਾ ਤਾਂ ਹਿਸਾਬ ਕਿਤਾਬ ਇਹਨਾਂ ਨੇ ਲਿਖਿਆ ਹੋਇਆ, ਉਹ ਤਾਂ ਕੀ ਦੇਣਾ। ਜਿਹੜਾ ਐਡਮਿਟ ਕਰ ਚੁੱਕੇ ਨੇ ਉਹਦੇ ਬਾਰੇ ਦੱਸਣ ਨੂੰ ਤਿਆਰ ਨਹੀਂ ਹੈ। ਜਿਹੜਾ ਕਹਿੰਦਾ ਖਰਚੇ ਤੋਂ ਬਚ ਗਿਆ ਵੀ ਇੰਨਾ, ਜਿਹੜਾ ਬਚ ਗਿਆ ਮੋਰਚਾ ਖਤਮ ਕਰਨ ਦੇ ਟਾਈਮ ਜਿਹੜਾ ਬਚ ਗਿਆ, ਸਿਰਫ ਉਸ ਪੈਸੇ ਦੀ ਗੱਲ ਹੋ ਰਹੀ ਹੈਗੀ। ਜੀ ਜੀ ਜੀ। ਫਿਰ ਇਹਨਾਂ ਨੇ ਜੋ ਕੁਝ ਕੀਤਾ ਹੈਗਾ, ਨਾ ਤਾਂ ਉਹ ਜਿਹੜੇ ਸ਼ਹੀਦ ਪਰਿਵਾਰ ਦੇ ਜਿਹੜੇ ਮਤਲਬ ਪਿੱਛੇ ਵਾਰਸ ਨੇ, ਨਾ ਤਾਂ ਉਹ ਸੈਟੀਸਫਾਈਡ ਹੋਏ ਨੇ, ਨਾ ਸੰਗਤ ਹੋਈ ਹੈ। ਤੇ ਹੁਣ ਇਹ ਫਿਰ ਜਦੋਂ ਰੂਹ ਕਰਦੀ ਉੱਠ ਕੇ ਆ ਜਾਂਦੇ ਨੇ, ਜਦੋਂ ਰੂਹ ਕਰਦੀ ਉੱਠ ਕੇ ਚਲੇ ਜਾਂਦੇ ਨੇ। ਇਹ ਤਾਂ ਨਹੀਂ ਚੱਲੂਗਾ ਬਈ। ਸਰ ਇੱਕ ਤੁਸੀਂ ਆਡੀਓ ਦੇ ਵਿੱਚ ਇਹ ਵੀ ਗੱਲ ਬੋਲੀ ਹੈ ਕਿ ਭਾਈ ਹਵਾਰਾ ਦਾ ਵੀ ਜ਼ਿਕਰ ਆਇਆ ਉਹਦੇ ਵਿੱਚ ਕਿ ਹਵਾਰਾ ਸਾਹਿਬ ਨੇ ਕੋਈ ਬਿਆਨ ਜਾਰੀ ਕੀਤਾ ਕਿ ਜਿਹਦੇ ਕਰਕੇ ਵੀ ਮੰਡ ਸਾਹਿਬ ਅੱਜ ਤੋਂ ਬਾਅਦ ਅਗਵਾਈ ਨਹੀਂ ਕਰਨਗੇ। ਬਿਲਕੁਲ, ਮੈਂ ਉਹ ਅਖਬਾਰ ਦੇ ਵਿੱਚ ਖਬਰ ਪੜ੍ਹੀ ਸੀ। ਉਹ ਖਬਰ ਪੜ੍ਹਨ ਤੋਂ ਬਾਅਦ ਹੀ ਮੈਂ ਇਹਨਾਂ ਨੂੰ ਟੈਲੀਫੋਨ ਕੀਤਾ ਸੀਗਾ, ਕੁਝ ਦਿਨ ਬਾਅਦ ਹੀ ਕੀਤਾ ਸੀ। ਉਹਦੇ ਵਿੱਚ ਉਹ ਅਜੀਤ ਅਖਬਾਰ ਦੀ ਖਬਰ ਹੈਗੀ ਆ, ਡੇਟ ਮੈਨੂੰ ਯਾਦ ਨਹੀਂ ਹੈਗੀ, ਉਹ ਅਸੀਂ ਦਿਖਾ ਦਾਂਗੇ ਚਲੋ ਦੇਖ ਲੈਣਗੇ। ਬਿਲਕੁਲ। ਉਹਦੇ ਵਿੱਚ ਹਵਾਰਾ ਸਾਹਿਬ ਨੇ ਕਿਹਾ, ਕਿਉਂਕਿ ਹਵਾਰਾ ਸਾਹਿਬ ਦੇ ਨਾਮ ਤੇ, ਉਹਨਾਂ ਦੀ ਸ਼ਖਸੀਅਤ ਦੇ ਨਾਮ ਤੇ ਕਾਰਜਕਾਰੀ ਜਥੇਦਾਰ ਹੈ, ਨਾ ਕਿ ਇੰਡੀਪੈਂਡੈਂਟ ਜਥੇਦਾਰ ਨੇ। ਜੀ ਜੀ ਜੀ। ਉਹਨਾਂ ਨੇ ਇਹਨਾਂ ਨੂੰ ਕਿਹਾ ਹੈਗਾ ਉਹਦੇ ਵਿੱਚ ਅਖਬਾਰ ਦੇ ਵਿੱਚ ਕਿ ਜਦੋਂ ਤੱਕ ਇਹ ਆਪਸ ਵਿੱਚ ਬੈਠ ਕੇ ਸੰਗਤ ਦੀਆਂ ਜਿਹੜੇ ਤੌਖਲੇ ਨੇ ਉਹ ਦੂਰ ਨਹੀਂ ਕਰਦੇ, ਉਦੋਂ ਤੱਕ ਇਹਨਾਂ ਨੂੰ ਅਗਵਾਈ ਕਰਨ ਦਾ ਕੋਈ ਅਧਿਕਾਰ ਨਹੀਂ। ਉਹਨਾਂ ਨੇ ਇਹਨਾਂ ਤੋਂ ਅਧਿਕਾਰ ਲੈ ਲਿਆ ਹੋਇਆ ਵਾਪਸ। ਜਦੋਂ ਉਸ ਸ਼ਖਸੀਅਤ ਨੇ ਇਹਨਾਂ ਤੋਂ ਵਾਪਸ ਲੈ ਲਿਆ ਹੋਇਆ ਅਧਿਕਾਰ, ਜਿਨ੍ਹਾਂ ਦੇ ਨਾਂ ਤੇ ਇਹਨਾਂ ਨੇ ਜਥੇਦਾਰੀ ਲਈ ਹੋਈ ਹੈ, ਫਿਰ ਇਹਨਾਂ ਕੋਲ ਅਧਿਕਾਰ ਹੀ ਨਹੀਂ ਰਹਿ ਜਾਂਦਾ ਆਪਣੇ ਆਪ ਨੂੰ ਜਥੇਦਾਰ ਕਹਾਉਣ ਦਾ ਵੀ, ਕਾਰਜਕਾਰੀ ਜਥੇਦਾਰ ਕਹਾਉਣ ਦਾ ਵੀ ਅਧਿਕਾਰ ਨਹੀਂ ਰਹਿ ਜਾਂਦਾ ਉਦੋਂ ਤੱਕ, ਕਿਉਂਕਿ ਇਹਨਾਂ ਨੇ ਹਜੇ ਤੱਕ ਸੰਗਤ 'ਚ ਬੈਠ ਕੇ ਆਪਣੀਆਂ ਕੀਤੀਆਂ ਉਹਨਾਂ ਗੱਲਾਂ ਨੂੰ ਜਿਹੜੇ ਕਲੀਅਰ ਨਹੀਂ ਆ, ਕੁਝ ਵੀ ਪਿਆ ਹੋਇਆ ਉਹਨੂੰ ਔਰ ਉਹਨਾਂ ਨੇ ਕਿਹਾ ਸੀ ਆਪਸ ਵਿੱਚ ਬੈਠ ਕੇ। ਉਹਦੇ ਵਿੱਚ ਸਾਰੇ ਜਥੇਦਾਰ ਜਿਹੜੇ ਉਦੋਂ ਬਣਾਏ ਹੋਏ ਸੀਗੇ ਉਹ ਤਿੰਨੇ ਹੀ ਆਉਂਦੇ ਨੇ ਜੀ। ਨਹੀਂ ਕਦੇ ਵੀ ਕੋਸ਼ਿਸ਼ ਹੋਈ ਹੈਗੀ, ਜੇ ਨਹੀਂ ਹੋਗੀ ਦੈਟ ਮੀਨਸ ਤੁਸੀਂ ਉੱਥੇ ਹੀ ਖੜੇ ਹੈਗੇ ਆ ਜਿੱਥੇ ਫਿਰ ਤੁਹਾਨੂੰ ਅਖਬਾਰ ਦੀ ਖਬਰ ਦੇ ਅਨੁਸਾਰ ਹਵਾਰਾ ਜੀ ਕਹਿ ਰਹੇ ਨੇ। ਇੱਕ ਉਹਦੇ ਚ ਹੋਰ ਗੱਲ ਪਿੰਚ ਕੀਤੀ, ਜਿਹੜੀ ਮੈਨੂੰ ਵੀ ਪਿੰਚ ਕੀਤੀ ਹੈ ਕਿ ਜਿਵੇਂ ਭਾਈ ਮੰਡ ਜੀ ਬੋਲ ਰਹੇ ਸੀ ਕਿ ਤੁਸੀਂ ਆ ਜਾਓ ਤੇ ਹਵਾਰੇ ਬਾਰੇ ਵੀ ਦੱਸ ਦਿਆਂਗੇ ਤੁਹਾਨੂੰ। ਹਾਂਜੀ, ਉਹਦੇ ਵਿੱਚ ਜਦੋਂ ਮੈਂ ਉਹ ਗੱਲ ਕੀਤੀ ਹੈਗੀ ਹੈ, ਮੈਂ ਕਿਹਾ ਤੁਸੀਂ ਹੈਗੇ ਕਾਰਜਕਾਰੀ ਜਥੇਦਾਰ। ਫਿਰ ਇਹਨਾਂ ਨੇ ਉੱਥੇ ਇੱਕ ਕੁਐਸਚਨ ਮਾਰਕ ਖੜਾ ਕੀਤਾ, ਇਹਨਾਂ ਨੇ ਸਪਸ਼ਟ ਨਹੀਂ ਕੀਤਾ, ਜਦ ਕਿ ਜੇ ਇਹ ਸੀਗੇ ਤਾਂ ਕਰ ਦਿੰਦੇ। ਇਹ ਫਿਰ ਕਹਿੰਦੇ ਬੈਠੋ ਆ ਕੇ, ਮਤਲਬ ਅੰਦਰ ਬੈਠ ਕੇ ਗੱਲਾਂ ਕਰੀਏ ਇਹਨਾਂ ਨਾਲ, ਜਿਹੜੀਆਂ ਕਿ ਇਹਦਾ ਮਤਲਬ ਦਿਲ 'ਚ ਚੋਰੀ ਹੈ ਕੋਈ ਨਾ ਕੋਈ, ਇਹਨਾਂ ਦੇ ਕਮੀ ਹੈ ਕੋਈ ਨਾ ਕੋਈ। ਇਹਨਾਂ ਨੇ ਕੁਐਸਚਨ ਖੜਾ ਕਰਤਾ ਵੀ ਹਵਾਰੇ ਬਾਰੇ ਵੀ ਦੱਸ ਦਾਂਗੇ, ਜਿਹੜੀ ਕਮੇਟੀ ਬਣਾਈ ਉਹਦੇ ਬਾਰੇ ਵੀ ਦੱਸਾਂਗੇ ਵੀ ਕੀ ਹੈ। ਦੈਟ ਮੀਨਸ ਕੁਐਸਚਨ ਦੇ ਮਨ 'ਚ ਹੈਗਾ ਸਪਸ਼ਟ ਕਰ ਵੀ ਤੁਸੀਂ ਜਦੋਂ ਕਾਰਜਕਾਰੀ ਬਣੇ ਨੇ ਉਹ ਆਪਣੇ ਆਪ ਬਣ ਗਏ ਸੀ, ਉਹਨਾਂ ਤੋਂ ਨਹੀਂ ਪੁੱਛਿਆ ਗਿਆ ਸੀਗਾ ਇਹ ਝੋਲ ਹੈ ਕੀ ਹੈਗਾ। ਕਿਉਂਕਿ ਜਦੋਂ ਇਹ ਸਾਰਾ ਕੁਝ ਐਪੀਸੋਡ ਉਦੋਂ ਵੀ ਹੋਇਆ ਸੀਗਾ, ਉਦੋਂ ਵੀ ਲੱਖਾਂ ਲੋਕਾਂ ਨੇ ਜਾ ਕੇ ਉੱਥੇ ਜਦੋਂ ਸਰਬੱਤ ਖਾਲਸਾ ਸੱਦਿਆ ਹੈਗਾ, ਸਹਿਯੋਗ ਦਿੱਤਾ ਹੈਗਾ। ਜਿੰਨਾ ਉਤਸ਼ਾਹ ਹਵਾਰਾ ਜੀ ਦੇ ਨਾਂ ਤੇ ਸੀਗਾ, ਬਾਕੀ ਦੇ ਨਾਂ ਤੇ ਨਹੀਂ ਸੰਗਤ ਨੇ ਦਿੱਤੀ ਸੀ ਪ੍ਰਵਾਨਗੀ, ਲੇਕਿਨ ਇਹਨਾਂ ਨੇ ਬਣਾਏ ਸਾਰੇ। ਫਿਰ ਵੀ ਜੇ ਬਣਾਏ ਹੈਗੇ ਤਾਂ ਪਹਿਲਾਂ ਤਾਂ ਦੋ। ਗੱਲ ਤਾਂ ਇਹ ਹੈਗੀ ਇੰਨੀ, ਉਹ ਦੇਣ ਵਾਸਤੇ ਕੋਈ ਵੀ ਤਿਆਰ ਨਹੀਂ ਹੈਗਾ। ਆਪੋ ਪਟੋਧਾਰੀ ਇਹ ਹੋਈ ਫਿਰਦੇ ਨੇ, ਮੁੜ ਕੇ ਉਸੇ ਮੁੱਦੇ ਨੂੰ ਫਿਰ ਚੱਕ ਕੇ ਮੋਹਰੇ ਆ ਜਾਂਦੇ ਨੇ। ਇਹ ਕਿੰਨਾ ਕੁ ਟਾਈਮ ਚੱਲਦਾ ਰਹੂਗਾ? ਕਿਆ ਇਹ ਨੌਜਵਾਨੀ ਨੂੰ ਮਤਲਬ ਜਿਹੜੀ ਹੁਣ ਪੰਜਾਬ ਦੀ ਹਜਾ ਉਸ ਤੋਂ ਬਾਅਦ ਆਈ ਹੈਗੀ, 84 ਤੋਂ ਬਾਅਦ ਜੰਮੀ ਹੈਗੀ ਹੈ ਜਾਂ ਜਵਾਨ ਹੋਈ ਹੈ, ਭਰ ਜਵਾਨੀ 'ਚ ਆਏ ਹੈਗੇ ਆ,
ਹੁਣ ਉਹਨਾਂ ਨੂੰ ਫਿਰ ਕਿਸੇ ਹੋਰ ਅੱਗ ਦੀ ਭੱਠੀ ਵਿੱਚ ਝੁਕਣ ਵਾਸਤੇ ਤਿਆਰ ਕਰ ਰਹੇ ਨੇ, ਕਿਉਂਕਿ ਇਹਨਾਂ ਦੀ ਤਾਂ ਕੈਪੇਬਿਲਿਟੀ ਹੈ ਹੀ ਨਹੀਂ ਹੈਗੀ, ਮਤਲਬ ਅਗਵਾਈ ਕਰਨ ਦੀ ਨਾ ਰਹੀ ਅੱਜ ਤੱਕ, ਨਾ ਇਹ ਪ੍ਰਾਪਤ ਕਰ ਸਕੇ ਨੇ। ਇਹ ਇਕੱਲੇ ਮੰਡ ਥੋੜੀ ਹੈਗੇ, ਹੋਰ ਜਿੰਨੀਆਂ ਪੰਥਕ ਜਥੇਬੰਦੀਆਂ ਬਣੀਆਂ ਹੋਈਆਂ ਨੇ, ਕਿਸੇ ਇੱਕ ਦਾ ਨਾਮ ਲੈ ਕੇ ਦੱਸ ਦਿਓ, ਮੈਂ ਸਾਰਿਆਂ ਚੈਲੰਜ ਕਰਦਾ। ਜਿਹਦਾ ਵੀ ਕੋਈ ਵੀ ਨੁਮਾਇੰਦਾ ਜਿਹੜਾ ਜ਼ਿੰਮੇਵਾਰੀ ਲੈ ਕੇ ਆਪਣੇ ਪ੍ਰਧਾਨ ਤੋਂ ਹੈੱਡ ਤੋਂ ਮੇਰੇ ਨਾਲ ਕਿਤੇ ਵੀ ਆ ਕੇ ਬੈਠ ਕੇ ਮੈਂ ਗੱਲ ਕਰਾਂਗਾ, ਮੈਂ ਕੁਐਸਚਨ ਕਰਾਂਗਾ, ਇਹਨਾਂ ਦੀ ਕਹਾਣੀਆਂ ਨਹੀਂ ਸੁਣਾਂਗਾ, ਕੁਐਸਚਨ ਕਰਾਂਗਾ ਵੀ ਆਨਸਰ ਦੇਣ, ਆਨਸਰ ਇਹ ਦੇਣ ਕਿ ਤੁਸੀਂ ਜਿਹੜੀਆਂ ਆਹ ਗੱਲਾਂ ਹੁਣ ਤੱਕ ਹੋਈਆਂ ਹੈਗੀਆਂ ਉਹਦੇ ਬਾਰੇ ਸਪਸ਼ਟ ਕਰੋ, ਸੰਗਤ ਨੂੰ ਦੱਸੋ ਕਿ ਇਹ ਤੁਹਾਡੇ ਤੇ ਜਿਹੜੇ ਇਲਜ਼ਾਮ ਹੈਗੇ ਆ ਇਹ ਸਹੀ ਹੈ ਕਿ ਨਹੀਂ ਹੈਗੇ ਜੀ, ਸਪਸ਼ਟ ਕਰ। ਬਹੁਤ ਸਾਰੇ ਮੇਰੀਆਂ ਇਹਨਾਂ ਦੇ ਹੋਰ ਜਿਹੜੇ ਵਿਰੋਧ ਕਰਦੇ ਨੇ ਬਾਦਲ ਸਾਹਿਬ ਦਾ, ਉਹ ਕਈ ਬੰਦੇ ਨਾਲ ਮੇਰੀਆਂ ਗੱਲਾਂ ਹੋਈਆਂ ਨੇ, ਉਹ ਫਿਰ ਟੈਲੀਫੋਨ ਤੇ ਕਹਿੰਦੇ ਬੈਠ ਕੇ ਗੱਲ ਕਰਨੀ ਹੈ। ਅਰੇ ਬੈਠ ਕੇ ਗੱਲ ਕੀ ਕਰਦੀ ਆ, ਤੂੰ ਦੱਸ ਦੇ ਯਾਰ ਮੈਨੂੰ ਜਿਹੜੀ ਗੱਲ ਹੈਗੀ ਕਰਨ ਵਾਲੀ ਤੇਰੀ, ਅਸੀਂ ਤਾਂ ਕਦੇ ਅੱਜ ਤੱਕ ਕਿਸੇ ਦੀ ਵਾਇਰਲ ਨਹੀਂ ਕੀਤੀ। ਇਹ ਮੈਂ ਕਹਾਂਗਾ ਜ਼ਰੂਰ ਹੁਣ ਕਿ ਸੰਗਤ ਨੂੰ ਪਤਾ ਲੱਗੇ ਕਿ ਮਨ ਸਾਹਿਬ ਦੇ ਦਿਲ ਵਿੱਚ ਕੀ ਸੀਗਾ, ਉਹ ਸਪਸ਼ਟ ਹੋ ਜਾਊਗਾ ਸਾਰੀ ਗੱਲ ਸੁਣ ਕੇ ਆਪਣੇ ਆਪ। ਉਸ ਤੋਂ ਬਾਅਦ ਆਹ ਤੁਹਾਡੀ ਜਿਹੜੀ ਵੀਡੀਓ ਜਾਣ ਤੋਂ ਬਾਅਦ ਵੀ ਕੋਈ ਵੀ ਬੰਦਾ, ਕੋਈ ਵੀ ਸੈਂਸ ਹੈ ਕਿ ਮਨ ਸਾਹਿਬ ਦੀ ਜ਼ਿੰਮੇਵਾਰੀ ਲੈਂਦਾ ਹੋਵੇ ਤੇ ਮਨ ਸਾਹਿਬ ਆਉਣ ਮੌਕੇ ਤੇ ਜੀ ਸਾਜ਼ਗਾਰ ਮਾਹੌਲ ਹੋਊਗਾ, ਲੋਕਾਂ 'ਚ ਬੈਠ ਕੇ ਗੱਲ ਕਰਨੀ ਪੈਣੀ ਹੈ ਜੀ, ਐ ਨਹੀਂ ਅੰਦਰ ਬੈਠ ਕੇ ਹੁਣ ਗੱਲ ਹੋਣੀ ਇਹਨਾਂ ਨਾਲ, ਦੱਸਣ ਨਹੀਂ ਤਾਂ ਆਰਾਮ ਕਰਨ ਜਿੱਦਾਂ ਕਰਦੇ ਨੇ, ਸਮਾਧੀ ਲੱਗੀ ਸੀ ਆਪਣਾ ਚੌਂਕੜਾ ਮਾਰ ਕੇ ਜੋ ਕੰਮ ਕਰਦੇ ਉੱਥੇ ਆਪਣੀਆਂ ਰੋਟੀਆਂ ਖਾਈ ਜਾਣ, ਲੋੜ ਨਹੀਂ ਹੈਗੀ ਗਵਾਹੀ ਕਰਕੇ ਸੁਪਨੇ ਨਾ ਲੈਣ ਹੁਣ ਜੀ ਜੀ, ਨਹੀਂ ਲੁੱਟ ਹੋਣ ਦੇਣਾ ਹੁਣ ਅਸੀਂ ਲੋਕਾਂ ਨੂੰ। ਇੱਕ ਗੱਲ ਮੈਂ ਦੇਖੋ ਹੋਰ ਕਹਾਂਗਾ, ਇਹਨਾਂ ਦੀ ਸ਼ਖਸੀਅਤ ਬਾਰੇ ਸਾਰਾ ਪੰਜਾਬ, ਹੁਣ ਤਾਂ ਸਾਰਾ ਦੇਸ਼ ਕਹਿ ਲਓ ਪੰਜਾਬ ਤੋਂ ਸ਼ੁਰੂ ਹੋ ਕੇ ਜੀ, ਯਾਰ ਅਣਖ ਵਾਲੇ ਲੋਕ ਹੈ ਪੰਜਾਬ ਦੇ, ਇਸ ਧਰਤੀ ਦੇ ਰਹਿਣ ਵਾਲੇ, ਗੁਰੂ ਸਾਹਿਬ ਨੇ ਕੁਛ ਦਿੱਤਾ ਹੋਇਆ ਇਹਨਾਂ ਨੂੰ, ਉਹ ਲੈ ਕੇ ਤੁਰੇ ਹੋਏ ਆ ਆਪਾਂ। ਕਾਲੇ ਕਾਨੂੰਨ ਆਏ ਤਿੰਨ, ਕਿੰਨੇ ਚਿਰ ਤੋਂ ਕਿਸਾਨ ਉਸ ਗੱਲ ਦੇ ਵਿੱਚ ਪੰਜਾਬ ਦੇ ਨੇ ਅਗਵਾਈ ਕਰਕੇ ਉੱਥੇ ਕਿੱਥੇ ਤੱਕ ਅੱਜ ਮਤਲਬ ਸੰਘਰਸ਼ ਨੂੰ ਪਹੁੰਚਾਇਆ ਹੋਇਆ। ਕੋਈ ਮੈਨੂੰ ਇੱਕ ਬੰਦਾ ਦੱਸ ਦੇ ਅੱਜ ਤੱਕ ਮਾਨ ਸਾਹਿਬ ਨੇ ਇੱਕ ਬਿਆਨ ਵੀ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਹੋਵੇ, ਇੱਕ ਵਾਰ ਵੀ ਮਾਰਿਆ ਹੋਵੇ ਜੀ। ਕਿੰਨੀ ਕੁ ਗੂੜੀ ਨੀਂਦ ਵਿੱਚ ਸੌਂ ਜਾਂਦੇ ਨੇ। ਇੱਥੋਂ ਸਪਸ਼ਟ ਹੋ ਜਾਂਦਾ ਇਹਨਾਂ ਲੋਕਾਂ ਦੀ ਜਿਹੜੀ ਸੋਚ ਹੈ ਉਹ ਸਿਰਫ ਤੇ ਸਿਰਫ ਪੈਸੇ ਤੱਕ, ਧੰਦਾ ਜੀ, ਧੰਦਾ ਸ਼ਬਦ ਇਸ ਕਰਕੇ ਇਹਨਾਂ ਨੂੰ ਵਰਤ ਰਹੇ ਆ ਕਿਉਂਕਿ ਕਾਬਲੀਅਤ ਇਸੀ ਸ਼ਬਦ ਦੇ ਹੈਗੇ ਨੇ। ਸਰ ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੇ ਦਰਸ਼ਕਾਂ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਮਾੜੀ ਜਿਹੀ ਸੂਈ ਵੀ ਆਪਣੇ ਝੁਬਾ ਕੇ ਨਾ ਤੇ ਬਾਹਰ ਦੇ NRI ਲੋਕਾਂ ਵੱਲ ਦੇਖਣ ਲੱਗ ਜਾਂਦੇ ਨੇ ਕਿ ਹੁਣ ਅਸੀਂ ਸ਼ੋਅ ਕਰੀਏ ਕਿ ਸਾਡੇ ਸੂਈ ਵੱਜ ਗਈ ਹੈ, ਵੱਜੀ ਕੌਮ ਦੇ ਕਰਕੇ ਆ ਤੇ ਸਾਨੂੰ ਹੁਣ ਪੈਸੇ ਭੇਜੋ। ਇਹ ਧੰਦਾ ਬੜੇ ਜ਼ੋਰਾਂ ਤੇ ਬੜਾ ਸੌਖਾ ਜਿਹਾ ਧੰਦਾ ਆ ਤੇ ਪਰ ਕਮਲਜੀਤ ਸਿੰਘ ਦੀ ਇੱਕ ਖਾਸੀਅਤ ਹੈ ਕਿ ਇਹਨਾਂ ਨੇ ਜੋ ਵੀ ਜੇ ਭਨਿਆਰੇ ਵਾਲੇ ਦੇ ਖਿਲਾਫ ਜੋ ਵੀ ਕੇਸ ਲੜੇ ਜਾਂ ਹੋਰ ਵੀ ਕਈ ਇਹਨਾਂ ਨੇ ਕੰਮ ਕੀਤੇ, ਕਦੇ ਇਹਨਾਂ ਨੇ ਆਪਣੇ ਆਪ ਨੂੰ ਐਕਸਪੋਜ਼ ਨਹੀਂ ਕੀਤਾ, ਕਦੇ ਸ਼ੋਅ ਨਹੀਂ ਕੀਤਾ ਕਿ ਮੈਂ ਫਲਾਣਾ ਬੰਦਾ ਆ। ਸੋ ਇਹ ਸਾਇਲੈਂਟ ਰਹੇ ਨੇ ਔਰ ਮੈਨੂੰ ਲੱਗਦਾ ਕਿ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਭਾਜੀ ਕਿਤੇ, ਮੈਨੂੰ ਲੱਗਦਾ ਕਿ ਸ਼ਾਇਦ ਵੀਡੀਓ ਇੰਟਰਵਿਊ ਤੁਹਾਡੀ ਇਹ ਪਹਿਲੀ ਵਾਰ ਹੋ ਰਹੀ ਜੀ। ਮੈਂ ਅੱਜ ਤੱਕ ਕਦੇ ਕਿਸੇ ਮਤਲਬ ਉਹਨੂੰ ਵੀਡੀਓ ਕੈਮਰੇ ਨੂੰ ਕਦੇ ਫੇਸ ਨਹੀਂ ਕੀਤਾ, ਕਦੇ ਜਾ ਕੇ ਮੈਂ ਕਿਸੇ ਵੱਡੀ ਸਟੇਜ ਤੇ ਆਪਣੇ ਆਪ ਨੂੰ ਇਦਾਂ ਨਹੀਂ ਕਿਹਾ ਹੈਗਾ ਕਿ ਮੈਂ ਆਹ ਕੁਝ ਕਰਦਾ ਰਿਹਾ ਹੈਗਾ, ਕਿਉਂਕਿ ਕਰਨਾ ਚਾਹੀਦਾ ਹੈਗਾ, ਦਿਖਾਣਾ ਨਹੀਂ ਚਾਹੀਦਾ ਹੈਗਾ, ਠੀਕ ਹੈ। ਔਰ ਮੈਂ ਇਹ ਇੱਕ ਗੱਲ ਤੁਹਾਨੂੰ ਹੋਰ ਵੀ ਐਡ ਕਰਨਾ ਚਾਹਾਂਗਾ ਇਹਦੇ ਵਿੱਚ, ਜਿਹੜੇ NRIs ਮੇਰੇ ਭਰਾ ਨੇ ਨਾ ਬਾਹਰ ਜੀ, ਤੇ ਇਹਨਾਂ ਨੂੰ ਇਹ ਕਹਾਂਗਾ ਕਿ ਵੀਰੋ ਮੇਰੀ ਗੱਲ ਸੁਣ ਲਓ। ਇੱਕ ਜਿਹੜਾ ਤੁਸੀਂ ਪੈਸਾ ਆਪਣਾ ਦਸਵੰਧ ਖਰਚਦੇ ਆ ਨਾ, ਇੱਥੇ ਨੂੰ ਭੇਜਦੇ ਹੈਗੇ ਆ, ਔਰ ਜੋ ਹੀ ਹੈ ਤੁਹਾਡੇ ਅੱਗੇ ਸਾਨੂੰ ਪਤਾ ਤੁਸੀਂ ਉੱਥੇ ਪੈਸਾ ਕਿੱਦਾਂ ਖਰਚਦੇ ਕਮਾਉਂਦੇ ਹੈਗੇ ਆ, ਉਹ ਆਪਣੇ ਪਿੰਡਾਂ ਦੇ ਵਿੱਚ ਜ਼ਰੂਰਤਮੰਦ ਜਿਹੜੇ ਬੰਦੇ ਹੈਗੇ ਨਾ ਉਹਨਾਂ ਦੀ ਐਜੂਕੇਸ਼ਨ ਦੇ, ਉਹਨਾਂ ਦੇ ਜਿੱਥੇ ਵੀ ਤੁਹਾਨੂੰ ਚੰਗਾ ਕਿਤੇ ਕਾਜ ਲੱਗਦਾ ਸਿਰਫ ਉੱਥੇ ਲਾਇਆ ਕਰੋ, ਨਾ ਇੱਥੇ ਰਾਜਨੀਤਿਕ ਪਾਰਟੀਆਂ ਨੂੰ ਦਿਓ, ਨਾ ਧਾਰਮਿਕ ਆਗੂ ਨੂੰ ਦਿਓ। ਇਹ ਪੰਜਾਬ ਦਾ ਸਵਾਦ ਨਹੀਂ ਰਹੇ, ਇਹ ਤੁਹਾਡੇ ਪੰਜਾਬ ਨੂੰ ਖਾ ਰਹੇ ਨੇ ਔਰ ਕਿਸ ਹੱਦ ਤੱਕ ਖਾ ਚੁੱਕੇ ਨੇ ਤੁਸੀਂ ਖੁਦ ਇਸ ਗੱਲ ਨਾਲ ਸਾਡੇ ਨਾਲ ਵੱਧ ਜਾਣਦੇ ਆ। ਜਿਹੜੀ ਆਡੀਓ ਅਸੀਂ ਗੱਲ ਕਰ ਰਹੇ ਵਾਰ-ਵਾਰ ਉਹ ਅਸੀਂ ਤੁਹਾਨੂੰ ਹੁਣ ਸੁਣਾ ਦਿੰਨੇ ਆ। ਹੈਲੋ ਜੀ, ਧਿਆਨ ਸਿੰਘ ਮਾਨ ਜੀ ਨਾਲ ਗੱਲ ਕਰਨੀ ਸੀ ਜੀ, ਬੋਲ ਰਹੇ ਹੋ? मैं कमलजीत सिंह गुस्सेवालिया बोल रहा जी। कमलजीत सिंह गुस्सेवालिया बोल रहे हैं जी। हाँ जी मैं बोल रहा हूँ सर। हाँ जी मान साहब एक बेनती करनी सी कि पता लग्या अज कोई धन साहब दर्शन जोड़ी संबंध मीटिंग रखी है आप जी ने। हाँ जी तो वो कितने का प्रोग्राम जी? दरबार साहब है। अच्छा सारी जथेबंदियां आ रही हैं? अच्छा मान साहब हम ओहदा एजेंडा की होगा अपनी अज मीटिंग में? वैसे एजेंडा तो यही होगा जो कि कारा होया जी, क्यों होया
ਇਹਦੇ ਪਿੱਛੇ ਕੀ ਹੈ ਤੇ ਕਿਹੜਾ ਦੋਸ਼ੀ ਹੈ ਹਨਾ ਜੀ। ਤੇ ਉਹ ਸਾਰਿਆਂ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਜੀ ਫਿਰ ਦੇਖਾਂਗੇ ਵੀ ਕੀ ਫੈਸਲਾ ਕੌਣ ਲੈਣਾ ਚਾਹੀਦਾ ਕੰਪਨੀ। ਜੀ ਅੱਛਾ ਜੀ। ਫਿਰ ਤੁਸੀਂ ਉੱਥੇ ਲਾਉਂਗੇ ਮੋਰਚਾ? ਉਹ ਤਾਂ ਜੋ ਵੀ ਸਾਰਿਆਂ ਦੇ ਵਿਚਾਰ ਦੇ ਮੁਤਾਬਕ ਹੀ ਹੋਣਾ ਜੀ। ਜੀ ਹਨਾ ਜਿਵੇਂ ਬਣਿਆ ਜੀ ਮਾਹੌਲ ਜਿਵੇਂ ਵੀ ਸਾਰਿਆਂ ਦੀ ਰਹੇ ਸਲਾਹ ਮਸ਼ਵਰਾ ਹੋਇਆ ਜੀ ਉਹਦੇ ਮੁਤਾਬਕ ਹੀ ਹੋਣਾ, ਕਿਉਂਕਿ ਪੰਥ ਦਾ ਮਸਲਾ ਨਾ ਸਾਂਝਾ ਮਸਲਾ ਜੀ। ਜੀ ਹਾਂਜੀ ਨਹੀਂ ਪਰ ਉਹਦੇ ਕਰਕੇ ਕਾਰਜਕਾਰੀ ਜਥੇਦਾਰ ਤਾਂ ਤੁਸੀਂ ਹੈ ਨਾ ਜੀ, ਉਹ ਤੁਹਾਡੀ ਅਗਵਾਈ 'ਚ ਹੋਊਗਾ ਨਾ ਜੀ। ਹਾਂਜੀ ਇਹ ਤਾਂ ਗੱਲ ਹੈਗੀ ਨਾ ਜੀ। ਹਾਂਜੀ ਹਾਂਜੀ ਪਰ ਜੇ ਉੱਥੇ ਕਹਿ ਵੀ ਦਿੰਦੇ ਨੇ ਕਿ ਚਲੋ ਅਗਵਾਈ ਕਰੋ, ਫਿਰ ਤੁਹਾਨੂੰ ਹੀ ਕਰਨੀ ਪਏਗੀ ਇਹਦਾ ਮਤਲਬ। ਕੋਈ ਗੱਲ ਨਹੀਂ ਜੀ, ਆਪਾਂ ਕਿਹੜਾ ਭੱਜਦੇ। ਪਰ ਬਰਗਾੜੀ ਮੋਰਚੇ ਤੇ ਭੱਜ ਗਏ ਸੀਗੇ ਜੀ ਤੁਸੀਂ। ਲੈ ਕੌਣ ਕਹਿੰਦਾ ਭੱਜ ਗਏ ਜੀ? ਨਹੀਂ ਕਹਿ ਰਹੇ ਕਿਵੇਂ ਕਹਿੰਦੇ ਆ ਦੱਸੋ। ਸੁਣ ਲਓ ਜੀ ਗੱਲ। ਪਹਿਲਾਂ ਆਪ ਜੀ ਨੇ ਜਦੋਂ ਮੋਰਚਾ ਲਾਇਆ ਜੀ, ਉਦੋਂ ਆਪ ਜੀ ਨੇ ਐਲਾਨ ਕੀਤਾ ਸੀਗਾ ਕਿ ਇੱਥੇ ਪੰਜਾਬ ਦਾ ਮੁੱਖ ਮੰਤਰੀ ਆ ਕੇ ਗੱਲ ਮੰਨੇਗਾ, ਪੰਥ ਦੀ ਕਚਹਿਰੀ ਵਿੱਚ ਫਿਰ ਉੱਠਾਂਗੇ। ਉਹ ਤਾਂ ਇੱਥੇ ਆਇਆ ਨਹੀਂ ਜੀ। ਬਸ ਸਰਕਾਰ ਤਾਂ ਆਈ ਹੈ ਜੀ, ਸਰਕਾਰ ਹੀ ਹੁੰਦੀ। ਪਹਿਲਾਂ ਮੇਰੀ ਗੱਲ ਸੁਣ ਲਓ ਜੀ ਸਾਰੀ। ਤੇ ਉਹ ਜਿਹੜੀਆਂ ਮੰਗਾਂ ਸੀਗੀਆਂ ਜੀ, ਮੇਨ 3 ਸੀਗੀਆਂ ਜੀ। ਉਹ 3 ਮੰਗਾਂ ਵੀ ਪਰਿਵਾਰ ਵੀ ਸੰਤੁਸ਼ਟ ਹੈਗੇ, ਉਹਨਾਂ ਮੰਗਾਂ ਦੇ ਨਾਲ ਵੀ ਪੂਰੀਆਂ ਹੋਈਆਂ। ਹਾਂਜੀ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਬਾਅਦ ਵਿੱਚੋਂ ਕਿ ਆਪਾਂ ਬਹੁਤ ਪ੍ਰਾਪਤੀਆਂ ਕਰ ਲਈਆਂ, ਉਹ ਪ੍ਰਾਪਤੀਆਂ ਵਾਸਤੇ ਤਾਂ ਮੋਰਚਾ ਲੱਗਿਆ ਨਹੀਂ ਸੀਗਾ ਜੀ। ਫਿਰ ਜਿਸ ਘਟਨਾਕ੍ਰਮ ਦੇ ਨਾਲ ਮੋਰਚਾ ਚੁੱਕ ਲਿਆ ਗਿਆ ਜੀ, ਆਪ ਜੀ ਨੇ ਹੀ ਐਲਾਨ ਕੀਤਾ, ਉਹਦੇ ਵਿੱਚ ਬਾਕੀ ਤੁਹਾਡੇ ਸਹਿਯੋਗੀ ਜਥੇਦਾਰ ਸੀਗੇ ਜੀ, ਖਾਸ ਕਰਕੇ ਬਲਜੀਤ ਸਿੰਘ ਦਾਦੂਵਾਲ ਜੀ, ਉਹ ਵੀ ਸਹਿਮਤ ਨਹੀਂ ਸੀਗੇ ਤੁਹਾਡੇ ਉਸ ਮੋਰਚਾ ਚੱਕਣ ਦੀ ਪ੍ਰਕਿਰਿਆ ਨੂੰ। ਫਿਰ ਤੁਸੀਂ ਕਿਹਾ ਜੀ ਅਗਲਾ ਪੜਾਅ ਸ਼ੁਰੂ ਕਰਨਾ ਹੈਗਾ। ਅਗਲਾ ਪੜਾਅ ਫਿਰ ਤੁਸੀਂ ਰਾਜਨੀਤਿਕ ਤੌਰ ਤੇ ਕੈਂਡੀਡੇਟ ਖੜਾਤੇ ਜੀ। ਉਹ ਜਿਹੜੇ ਤੁਸੀਂ ਐਲਾਨ ਕੀਤਾ ਜੀ ਕੈਂਡੀਡੇਟ ਦਾ, ਉਹਨਾਂ ਦੇ ਵਿੱਚੋਂ ਮੇਰੇ ਖਿਆਲ ਜਿਹੜਾ ਬਠਿੰਡੇ ਤੋਂ ਖੜਾਏ ਸੀਗੇ ਤੁਸੀਂ ਗੁਰਦੀਪ ਸਿੰਘ, ਹਜ਼ੂਰ ਸਾਹਿਬ ਤੋਂ ਮੋਹਕਮ ਸਿੰਘ, ਤੇ ਅਨੰਦਪੁਰ ਸਾਹਿਬ ਤੋਂ ਵਿਕਰਮ ਸਿੰਘ ਸੋਢੀ, ਸਿੰਘ ਮਾਨ ਸੰਗਰੂਰ ਤੋਂ ਪਹਿਲਾਂ ਹੀ ਪਾਰਟੀ ਨੇ ਐਲਾਨ ਕੀਤਾ ਹੋਇਆ ਸੀ, ਉਹਨਾਂ ਦਾ ਵੀ ਨਾਮ ਤੁਸੀਂ ਨਾਲ ਬੋਲਿਆ ਸੀ। ਉਹਨਾਂ ਚ ਵਿਕਰਮ ਸਿੰਘ ਸੋਢੀ ਦਾ ਚਲਾ ਗਿਆ BSP ਦੇ ਵਿੱਚ, ਉਹ ਉਹਦੀ ਪਾਰਟੀ ਦੇ ਜਿੱਤੇ, ਉਹਨਾਂ ਦਾ ਆਪਣਾ ਅਲਾਇੰਸ ਹੋਇਆ ਅਲੱਗ। ਮੋਹਕਮ ਸਿੰਘ ਵੀ ਇਲੈਕਸ਼ਨ ਲੜਨ ਵਿੱਚ ਕੋਈ ਸਹਿਮਤੀ ਨਹੀਂ ਦੇ ਰਿਹਾ, ਨਾ ਲੜਨ ਦੀ ਕੋਈ ਗੱਲ ਆ ਰਹੀ ਹੈ ਵੀ ਉਹ ਲੜ ਰਿਹਾ, ਉਹ ਵੀ ਪਿੱਛੇ ਹਟ ਗਿਆ ਜੀ। ਜਿਹੜਾ ਗੁਰਦੀਪ ਸਿੰਘ ਬਠਿੰਡਾ ਜੀ, ਉਹ ਵੀ ਮੈਜੋਰਟੀ ਨਹੀਂ, ਉਹ ਇਲੈਕਸ਼ਨ ਲੜੂਗਾ। ਰਹਿ ਗਿਆ ਸੰਜੇ ਸਿੰਘ ਮਾਨ ਜੀ, ਉਹ ਤਾਂ ਤੁਹਾਡੀ ਪੁਰਾਣੀ ਪਾਰਟੀ ਦਾ ਪ੍ਰਧਾਨ ਹੈ ਜੀ, ਤੁਸੀਂ ਮੀਤ ਭਲਵਾਨ ਸੀਗੇ, ਉਸਨੇ ਤਾਂ ਪਹਿਲੇ ਐਲਾਨ ਕੀਤਾ ਸੀ ਮੈਂ ਲੜਨਾ, ਉਹ ਲੜ ਰਿਹਾ। ਸੁਣ ਲਓ ਗੱਲ, ਪਹਿਲਾਂ ਮੇਰੀ ਸਾਰੀ ਗੱਲ ਸੁਣ ਲਓ ਜੀ ਮਨ ਸਾਹਿਬ। ਉਸਨੇ ਤਾਂ ਪਹਿਲੇ ਐਲਾਨ ਕੀਤਾ ਸੀ ਆਪਣੇ ਆਪ ਹੀ। ਤੇ ਜਿਹੜੀ ਉੱਥੇ ਪ੍ਰਾਪਤੀ ਵਾਸਤੇ ਤੁਹਾਨੂੰ ਪਹਿਲਾਂ ਕਿਹਾ ਗਿਆ ਸੀਗਾ ਮੋਰਚੇ ਤੇ, ਸਾਰੀਆਂ ਜਿਹੜੀਆਂ ਪੰਥਕ ਬੱਧ ਰੱਖਦੀਆਂ ਅਲੱਗ-ਅਲੱਗ ਨਾਮ ਹੀ ਦੱਸੇ ਹੁੰਦੀਆਂ, ਉਹਨਾਂ ਨੇ ਸਾਨੂੰ ਆਪਣੇ ਵੱਲ ਤੇ ਪ੍ਰਵਾਨਗੀ ਦੇ ਦਿੱਤੀ ਸੀਗੀ ਕਿ ਤੁਸੀਂ ਇਹਨਾਂ ਨੂੰ ਇਕੱਠੀਆਂ ਕਰ ਦਿਓ। ਉਹ ਇਸ ਕਰਕੇ ਦਿੱਤੀ ਸੀ ਮਾਨ ਸਾਹਿਬ ਵੀ ਭਾਈ ਜਰਨੈਲ ਸਿੰਘ ਪਿੰਡਾਂ ਵਾਲੇ ਤੋਂ ਬਾਅਦ ਨਾ ਲੋਕਾਂ ਨੂੰ ਇਹਦਾ ਲੱਗਿਆ ਸੀਗਾ ਵੀ ਧਿਆਨ ਸਿੰਘ ਮੰਡ ਨੇ ਜਿਸ ਦ੍ਰਿੜਤਾ ਨਾਲ ਬੈਠੇ ਆ ਨਾ, ਇੱਕ ਆਗੂ ਦਿਸਣ ਲੱਗ ਪਿਆ ਸੀਗਾ, ਨਮੋਚੀ ਜਿਹੜੀ ਚੱਲਦੀ ਸੀ ਉਹਦੇ ਕਰਕੇ। ਇਹ 'ਚ ਕੋਈ ਦੋ ਰਾਏ ਨਹੀਂ ਆ ਵੀ ਉਹ, ਕਿਉਂਕਿ ਲੋਕਾਂ ਦਾ ਸਹਿਯੋਗ ਉਸ ਮੋਰਚੇ ਨੂੰ ਇੰਨਾ ਜ਼ਿਆਦਾ ਮਿਲ ਗਿਆ ਸੀ। ਤੇ ਪਰ ਉਦੋਂ ਤੁਸੀਂ ਉਹਨਾਂ ਨੂੰ ਇਕੱਠਿਆ ਕਰਨ ਵਾਸਤੇ ਕੋਈ ਵੀ ਉਪਰਾਲਾ ਜਾਂ ਕੋਈ ਵੀ ਉਦਮ ਨਹੀਂ ਸਾਹਮਣੇ ਆਇਆ ਜਿਹੜਾ ਦਿਸੇ ਪੰਥ ਨੂੰ। ਜਦੋਂ ਤੁਸੀਂ ਉਪਰਾਲਾ ਕੀਤਾ, ਉਹ ਉਪਰਾਲੇ ਦੇ ਵਿੱਚ ਜਿਹੜੀਆਂ ਧਿਰਾਂ ਨੂੰ ਤੁਸੀਂ ਐਲਾਨਿਆ ਕੈਂਡੀਡੇਟ, ਉਹ ਭੱਜ ਖਲੋਤੀਆਂ, ਉਹ ਖੜ ਨਹੀਂ ਰਹੀਆਂ। ਠੀਕ ਹੈ ਜੀ। ਇਸ ਕਰਕੇ ਜਿਹੜੇ ਪਰਿਵਾਰ ਨੇ ਆਪਣੇ ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ ਹੈਗਾ ਸੁਖਰਾਜ ਸਿੰਘ, ਉਹ ਵੀ ਤੁਹਾਡੇ ਤੇ ਦੋਸ਼ ਲਾ ਚੁੱਕਿਆ ਜੀ ਕਿ ਇਹਨਾਂ ਨੇ ਤਾਂ ਸਿਰਫ ਆਪਣੀ ਜਿਹੜੀ ਰਾਜਨੀਤਿਕ ਜ਼ਮੀਨ ਹੈਗੀ ਨਾ ਪਾਰਟੀ ਦੀ,
ਉਹ ਤਿਆਰ ਕਰਨ ਵਾਸਤੇ ਮੋਰਚਾ ਲਾਇਆ ਸੀ ਤੇ ਜਿਹੜੀ ਇਹਨਾਂ ਦੀ ਸਰਕਾਰ ਨਾਲ ਗਿਟਮਿਟ ਹੋਈ ਉਹ ਮਾਨ ਸਾਹਿਬ ਦੇ ਨਾਲ ਜੋ ਸੌਦਾ ਤੈਅ ਹੋਇਆ ਉਹਦੇ ਅਨੁਸਾਰ ਇਹਨਾਂ ਨੇ ਮੋਰਚਾ ਚੱਕ ਲਿਆ। ਫਿਰ ਆਪਣੇ ਜਿਹੜਾ ਬਗੀਚਾ ਸਿੰਘ ਹੈ ਜੀ ਉਹ ਦੋਸ਼ ਲਾ ਚੁੱਕੇ ਜੀ ਮੀਡੀਆ ਦੇ ਵਿੱਚ ਕਿ 14 ਤਰੀਕ ਨੂੰ ਸਾਡੀ ਕੈਪਟਨ ਨਾਲ ਮੁੱਖ ਮੰਤਰੀ ਨਾਲ ਮੀਟਿੰਗ ਸੀਗੀ ਤੇ 14 ਤਰੀਕ ਨੂੰ ਭਾਈ ਹਵਾਰਾ ਜੀ ਨੇ ਉਹਨਾਂ ਨੇ ਲੈਟਰ ਲਿਖਣਾ ਸੀਗਾ ਤਬਦੀਲੀ ਪੰਜਾਬ ਦੀ ਜੇਲ੍ਹ 'ਚ ਹੋ ਜਾਣੀ ਸੀ ਉਹਨਾਂ ਦੀ। ਉਹ ਗੱਲ ਜਿਹੜੀ ਹੈਗੀ ਇਹਨਾਂ ਦੇ ਮੋਰਚੇ ਚੱਕਣ ਕਰਕੇ ਰਹਿ ਗਈ। ਠੀਕ ਹੈ ਜੀ। ਫਿਰ ਉਹ ਤੋਂ ਬਾਅਦ ਜੀ ਜਿਹੜੀ ਗੱਲ ਉੱਥੇ ਦੇ ਪੈਸਾ ਇਕੱਠਾ ਹੋਇਆ ਉਹਦਾ ਰੌਲਾ ਪੈ ਗਿਆ ਜੀ। ਉਸ ਪੈਸੇ ਦੇ ਵਿੱਚ ਤੁਸੀਂ ਇਦਾਂ ਸਟੇਜ ਤੇ ਖੜ ਕੇ ਕਿਹਾ ਕਿ ਭਾਈ ਇੰਨਾ ਪੈਸਾ ਇਕੱਠਾ ਹੋਇਆ, ਆਹ ਪੈਸਾ ਬਾਕੀ ਬਚਿਆ ਹੋਇਆ 22 ਲੱਖ ਕਿੰਨਾ ਵੀ ਸੀਗਾ ਤੇ ਉਹ ਤੁਸੀਂ ਉੱਥੇ ਕਿਹਾ ਕਿ ਮੈਂ ਪੰਥ ਦੇ ਹਵਾਲੇ ਕਰ ਦਿੱਤਾ। ਉਹ ਪੰਥ ਦੇ ਕਿਹਦੇ ਹਵਾਲੇ ਕੀਤਾ? ਕਾਹਨ ਸਿੰਘ ਨੇ ਦਿੱਤਾ ਜਾਂ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਕਿਸੇ ਹੋਰ ਅਹੁਦੇਦਾਰ ਨੂੰ ਫੜਾਇਆ? ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ। ਕਿਸੇ ਨੂੰ ਪਤਾ ਨਹੀਂ ਪੈਸਾ ਕਿੱਥੇ ਗਿਆ। ਤੁਸੀਂ ਤਾਂ ਹਵਾਲੇ ਕਰ ਦਿੱਤਾ ਜੀ, ਲੇਕਿਨ ਹਵਾਲੇ ਕਿਹਦੇ ਕੀਤਾ? ਉਹ ਕਿਹੜਾ ਪੰਥ ਹੈ ਉਹ ਵੀ ਤਾਂ ਪਤਾ ਲੱਗੇ ਨਾ ਜੀ। ਤੇ ਇਸ ਕਰਕੇ ਗੱਲ ਤੁਹਾਡੀ ਨਹੀਂ ਮੁੱਕੀ ਨਹੀਂ ਹੈਗਾ। ਇਸ ਕਰਕੇ ਫਿਰ ਤੁਹਾਡੇ ਖਿਲਾਫ ਨਿਰਾਸ਼ਤਾ ਗੁੱਸਾ ਆਇਆ ਲੋਕਾਂ ਦੇ ਵਿੱਚ। ਫਿਰ ਤੁਸੀਂ ਜਦੋਂ 27 ਤਰੀਕ ਨੂੰ ਉੱਥੇ ਗਏ ਚੰਡੀਗੜ੍ਹ ਪੰਥਕ ਇਕੱਠ ਜਿਹੜਾ 5 ਮੈਂਬਰੀ ਕਮੇਟੀ ਨੇ ਆਪਣਾ ਬੁਲਾਇਆ ਸੀ ਤੁਸੀਂ ਉੱਥੇ ਗਏ, ਤੁਸੀਂ ਉੱਥੇ ਦੇਖਿਆ ਸੰਗਤ ਨੇ ਕਿੰਨਾ ਤੁਹਾਡਾ ਵਿਰੋਧ ਕੀਤਾ, ਸੁਣਨਾ ਵੀ ਨਹੀਂ ਚਾਹੁੰਦੀ ਸੀ ਤੁਹਾਡੀ ਗੱਲ ਨੂੰ। ਫਿਰ ਪੰਜ ਆਪਣੇ ਜਿਹੜੇ 5 ਪਿਆਰਿਆਂ ਨੇ ਉੱਠ ਕੇ ਸਮਾਂ ਸੰਭਾਲਿਆ ਤੇ ਉਹਨਾਂ ਨੇ ਕਿਹਾ ਕਿ ਨਹੀਂ ਸਮਾਂ ਦੇਣਾ ਚਾਹੀਦਾ ਇਹਨਾਂ ਨੂੰ ਬੋਲਣ ਨੂੰ। ਤੁਸੀਂ ਆਪਣੀ ਗੱਲ ਰੱਖੀ। ਜੋ ਤੁਸੀਂ ਉੱਥੇ ਜਜ਼ਬਾਤੀ ਗੱਲਾਂ ਕੀਤੀਆਂ ਉਹ ਸਾਰਿਆਂ ਨੇ ਸੁਣੀਆਂ, ਵੀਡੀਓ 'ਚ ਹੀ ਆ ਗਈਆਂ। ਪਰ ਉਹ ਜਿਹੜੇ ਆਪਾਂ ਪੈਸੇ ਦਵਾਏ, ਆਪਾਂ ਆਹ ਕੀਤਾ ਉਹ ਕੀਤਾ, ਪੈਸਿਆਂ ਨਾਲ ਥੋੜ੍ਹੀ ਇਨਸਾਫ ਮਿਲਦੇ ਜੀ। ਜੇ ਪੈਸਿਆਂ ਨਾਲ ਇਨਸਾਫ ਮਿਲਦੇ ਹੋਣਾ ਜੀ ਤਾਂ ਜਿਹੜੇ ਦੋਸ਼ੀ ਹੈ ਨਾ ਜੀ ਉਸ ਘਟਨਾਕ੍ਰਮ ਦੇ, ਤਾਂ ਜਿੰਨੀ ਸਰਕਾਰ ਨੇ ਪੈਸਾ ਦਿੱਤਾ ਉਹਦੇ ਨਾਲੋਂ ਡਬਲ ਪੈਸਾ ਪੰਥ ਉਹਨਾਂ ਦੇ ਪਰਿਵਾਰਾਂ ਨੂੰ ਦੇ ਸਕਦਾ। ਉਹਨਾਂ ਦੋਸ਼ੀਆਂ ਨੂੰ ਪੰਥ ਦੇ ਹਵਾਲੇ ਕਰ ਦੇਣ, ਉਹ ਸਜ਼ਾ ਪੰਥ ਵਿਰੋਧੀਤਾ ਨਾਲ ਫਿਰ ਆਪੇ ਦੇਣਗੇ। ਕਿਆ ਉਹਨਾਂ ਪਰਿਵਾਰਾਂ ਨੂੰ ਮਨਜ਼ੂਰ ਹੋਊਗਾ ਇਹਨਾਂ ਦੇ? ਸਰਕਾਰ ਫੈਸਲਾ ਕਰ ਲਵੇ, ਮਾਨ ਸਾਹਿਬ ਫੈਸਲਾ ਕਰ ਲੈਣ। ਜਿਹੜੇ ਇਸ ਗੱਲ ਦੀ ਸਟੇਜ ਤੇ ਉਦਣ ਬਰਗਾੜੀ ਬੜੀ ਉਹਦੇ ਉੱਤੇ ਗੱਲ ਕਰ ਰਹੇ ਸੀ। ਠੀਕ। ਸੋ ਮਾਨ ਸਾਹਿਬ ਬੇਨਤੀ ਪਹਿਲਾਂ ਵੀ ਕੀਤੀ ਸੀ, ਸੌਰੀ ਮਾਨ ਸਾਹਿਬ ਬੇਨਤੀ ਤੁਹਾਨੂੰ ਪਹਿਲਾਂ ਵੀ ਕੀਤੀ ਸੀ ਕਿ ਤੁਹਾਨੂੰ ਵਰਤਿਆ ਜਾ ਰਿਹਾ, ਤੁਹਾਡੀ ਪਾਰਟੀ ਨੇ ਵਰਤ ਲਿਆ। ਤੁਸੀਂ ਕਹਿ ਰਹੇ ਨਹੀਂ ਏਦਾਂ ਦੀ ਕੋਈ ਗੱਲ ਮੌਕਾ ਦਿਓਗੇ ਗੱਲ ਕਰਨ ਦਾ ਕਿ ਗੱਲ ਕਰੀ ਜਾਣੀ? ਗੱਲ ਮੁੱਕ ਲੈਣ ਤੋਂ ਫਿਰ ਮੈਂ ਤੁਹਾਡੀ ਸੁਣਨੀ ਹੈ ਗੱਲਾਂ ਦੀ। ਮੁੱਕਣੀ ਨਹੀਂ ਤੁਹਾਡੀ ਗੱਲ, ਤੁਸੀਂ ਤਾਂ ਮਾੜੀ ਮਾੜੀ ਗੱਲ ਜੇ ਤੁਸੀਂ ਇਹਨਾਂ ਗੱਲਾਂ ਨੂੰ ਮਾੜੀਆਂ ਸਮਝੋਗੇ ਨਾ ਉਹ ਗੱਲ ਕਿ ਤੁਹਾਨੂੰ ਗੱਲਾਂ ਦੀ ਅਹਿਮੀਅਤ ਤੁਸੀਂ ਸਮਝ ਨਹੀਂ ਰਹੇ, ਕਿਉਂਕਿ ਤੁਸੀਂ ਮਾੜੀ ਗੱਲ ਤੁਸੀਂ ਇਹਨਾਂ ਗੱਲਾਂ ਨੂੰ ਮਾੜੀਆਂ ਕਹਿ ਰਹੇ ਆ। ਕਿਉਂ? ਜਥੇਦਾਰ ਜੀ ਤੁਹਾਡੇ ਨਾਲ ਕੋਈ ਬਹਿਸ ਨਹੀਂ ਕਰਨੀ ਤੇ ਮੇਰੀ ਮੈਂ ਪਰ ਤੁਸੀਂ ਜਿੰਨਾ ਆਪਣੀ ਗੱਲ ਕਰੀ ਜਾਂਦੇ ਹੋ ਮੇਰੀ ਗੱਲ ਹੋ ਲੈਣ ਤੋਂ ਫਿਰ ਮੈਂ ਤੁਹਾਡੀ ਮੇਰੇ ਨਾਲ ਬਹਿ ਕੇ ਆ ਜਾਓ ਇੱਥੇ ਜੀ। ਕੋਈ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨਾ ਜੀ, ਇਹ ਕੌਮ ਤੇ ਪੰਥ ਬਹੁਤ ਵੱਡਾ ਹੁੰਦਾ ਹੈ ਜੀ। ਜੇ ਦੋ ਬੰਦੇ ਆਪਸ ਵਿੱਚ ਉਲਝ ਜਾਣ ਮੈਂ ਤਾਂ ਤੁਹਾਡੀ ਗੱਲ ਕਰਦਾ ਵੀ ਜਿਹੜੀ ਗੱਲ ਪ੍ਰਤੱਖ ਸਾਰੀਆਂ ਕੁਛ ਨਹੀਂ ਨਿਕਲਿਆ, ਜਥੇਦਾਰ ਲਾਇਆ ਉਹ ਸਾਰੇ ਕੈਂਡੀਡੇਟ ਨੱਠ ਗਏ। ਮੈਂ ਕਹਿੰਦਾ ਹੁਣ ਜੇ ਤੁਸੀਂ ਲਾਉਂਗੇ ਕੁਛ ਨਹੀਂ ਲੱਭਣਾ, ਕਿਉਂਕਿ ਉਹਦੇ ਵਾਸਤੇ ਗੱਲ ਨਾ ਸੁਣਨੀ ਨਹੀਂ ਗੱਲ। ਹਾਂਜੀ ਗੱਲ ਨਹੀਂ ਸੁਣਨੀ ਤੁਸੀਂ। ਹਾਂਜੀ ਤੁਸੀਂ ਜਿੰਨੀਆਂ ਤੁਹਾਡੇ ਕੋਲ ਇਤਰਾਜ਼ ਨੇ ਨਾ ਜਿੰਨੇ ਵੀ, ਹਾਂਜੀ ਸਾਰੇ ਲਿਆਓ, ਹੋਰ ਵੀ ਇਕੱਠੇ ਕਰ ਲਓ ਜਿਹੜੇ ਤੁਹਾਨੂੰ ਨਹੀਂ ਪਤਾ ਜੀ। ਠੀਕ ਆ। ਤੇ ਹੁਣ ਤਾਂ ਵੈਸੇ ਮੀਡੀਆ ਸਾਰੇ ਆ ਚੁੱਕੇ ਜੀ। ਨਹੀਂ ਮੀਡੀਆ ਸੰਤ ਕਹਿੰਦੇ ਹੁੰਦੇ ਵੀ ਅਖਬਾਰਾਂ ਤੇ ਮੀਡੀਆ ਤੇ ਇਤਬਾਰ ਨਹੀਂ ਕਰਨਾ। ਵੀ ਸੰਤ ਇਹ ਕਹਿੰਦੇ ਆ ਨਾ ਵੀ ਜਿਹੜੇ ਉਹ ਆਪ ਖੁਦ ਬੋਲ ਰਹੀਆਂ ਨੇ, ਧਿਰਾਂ ਬੋਲਣ ਜੋ ਮਰਜ਼ੀ ਬੋਲਣ, ਤੁਸੀਂ ਮੈਂ ਕਹਿੰਦਾ ਵੀ ਮੇਰੇ ਕੋਲ ਆ ਜਾਓ ਜੀ, ਹਨਾ ਜੀ, ਤੇ ਪੰਥ ਦਾ ਦਰਦ ਰੱਖ ਕੇ ਆਓ ਜੀ। ਫਿਰ ਤੁਸੀਂ ਆਪਦੀ ਗੱਲ ਮੇਰੇ ਕੋਲ ਰੱਖੋ ਤੇ ਮੇਰੀ ਗੱਲ ਸੁਣੋ, ਕਿਉਂਕਿ ਤੁਸੀਂ ਜਥੇਦਾਰ ਨਾਲ ਗੱਲ ਕਰ ਰਹੇ ਹੋ। ਜਥੇਦਾਰ ਇਹ ਭੜਕਣ ਵਾਲਾ ਜਥੇਦਾਰ ਨਹੀਂ ਹੈਗਾ, ਇਹ ਦੂਜੇ ਜਥੇਦਾਰਾਂ ਵਰਗਾ ਨਹੀਂ ਹੈਗਾ।
ਉਹ ਤਾਂ ਗੱਲ ਤੁਸੀਂ ਉੱਥੇ ਆਪਣੇ ਚੰਡੀਗੜ੍ਹ ਵੀ ਕਹਿ ਦਿੱਤੀ ਸੀਗੀ ਕਿ ਅਸੀਂ ਆਪਣੇ ਜਜ਼ਬਾਤਾਂ ਨੂੰ ਮੈਂ ਕਹਿੰਦਾ ਵੀ ਕੋਈ ਵੀ ਬੰਦਾ ਪੰਥ ਦਾ ਜਿਹਨੂੰ ਕੋਈ ਸ਼ੱਕ ਸੁਭਾ, ਤੁਸੀਂ ਕਈ ਗੱਲਾਂ ਕੀਤੀਆਂ, ਕਈ ਹਨਾ ਸਾਰਾ ਕੁਝ ਕੀਤਾ ਹਨਾ ਜੀ, ਫਿਰ ਮੇਰਾ ਫਰਜ਼ ਬਣਦਾ ਹੈ ਕਿ ਮੈਂ ਤੁਹਾਡੀ ਸੰਤੁਸ਼ਟੀ ਕਰਾਵਾਂ। ਜੇ ਮੇਰੇ 'ਚ ਕੋਈ ਗੱਲਬਾਤ ਹੈਗੀ ਹੈ ਤਾਂ ਜੀ, ਹਨਾ, ਕੀ ਪਤਾ ਕਿੱਥੇ ਕੀ ਗਲਤ ਆ ਹਨਾ ਜੀ, ਹਾਂ। ਇਹ ਫਿਰ ਜਿਹੜੇ ਗੁਰਸਿੱਖ ਹੁੰਦੇ ਆ ਨਾ, ਮਿਲ ਬੈਠ ਕੇ ਗੱਲ ਕਰਦੇ ਹੁੰਦੇ ਨੇ। ਆਪਾਂ ਲੜਨਾ ਤਾਂ ਜਦੋਂ ਮਰਜ਼ੀ ਲੜ ਪਈਏ, ਲੜਨਾ ਕਿਹੜਾ ਕਿਸੇ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਹਨਾ। ਤੁਸੀਂ ਦੱਸੋ ਬਈ ਲੜਾਈ 'ਚ ਕੁਝ ਨਿਕਲਣਾ ਹੁੰਦਾ? ਹਾਂ, ਆਪਾਂ ਬੈਠ ਕੇ ਆਓ ਮੇਰੇ ਕੋਲ। ਚਲੋ ਜਿਹੜੇ ਸਿੰਘ ਜਿਹੜੇ ਇਤਰਾਜ਼ ਕਰਦੇ ਨੇ, ਜਿਵੇਂ ਤੁਸੀਂ ਜਥੇਬੰਦੀਆਂ, ਇੱਕ ਮਿੰਟ, ਜਿਵੇਂ ਤੁਸੀਂ ਜਥੇਬੰਦੀਆਂ ਕਈਆਂ ਸਾਰਾ ਕੁਛ ਕਿਹਾ ਨਾ, ਹਾਂਜੀ, ਤੁਸੀਂ ਸਾਰੇ ਕਿਤੇ ਇਕੱਠੇ ਕਰ ਲਓ, ਕਿਤੇ ਬਹਿ ਜਾਓ ਜਾਂ ਮੇਰੇ ਕੋਲ ਆ ਜਾਓ, ਤੁਸੀਂ ਗੱਲ ਕਰ ਲਈਏ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੁੰਦਾ ਨਾ, ਕਾਰਜਕਾਰੀ ਜਥੇਦਾਰ ਹੀ ਹੁੰਦਾ ਹੈ, ਪਰ ਕਾਰਜਕਾਰੀ ਉਹ ਹੁੰਦਾ ਹੈ ਜਿਹੜਾ ਕੰਮ ਸੰਭਾਲੇ ਹਨਾ। ਹਾਂ, ਕੰਮ ਹੁੰਦਾ ਤੇ ਸਾਰੀ ਕੌਮ ਦੀ ਉਹ ਗੱਲ ਕਰਦਾ ਹੁੰਦਾ ਹੈ, ਸਾਰੀ ਕੌਮ ਉਹਦੇ ਮੁਤਾਬਕ ਫੈਸਲਾ ਕਰਦੀ ਹੁੰਦੀ ਹੈ। ਠੀਕ ਆ, ਇਹ ਕੋਈ ਮਾੜੀ ਮੋਟੀ ਉਹਦੇ ਨਹੀਂ ਕਿ ਆਪਾਂ ਜਿਹਨੂੰ ਮਰਜ਼ੀ ਜੋ ਕਹਿ ਦਈਏ, ਇਹ ਗੱਲ ਹੋਰ ਆ। ਇਸ ਅਹੁਦੇ ਦੀ ਅਹਿਮੀਅਤ ਕਰਕੇ ਤੁਸੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਉੱਥੇ ਤੁਹਾਨੂੰ ਸਾਥ ਦਿੰਦੀਆਂ ਰਹੀਆਂ, ਉਹਨਾਂ ਨੂੰ ਤੁਸੀਂ ਬੁਲਾਓ, ਅਸੀਂ ਵੀ ਵਿੱਚ ਆ ਜਾਵਾਂਗੇ। ਅੱਜ ਆ ਜਾਓ ਤੇ ਅੱਜ ਕਰ ਲਓ, ਉੱਥੇ ਆ ਜਾਓ, ਅੱਜ ਕਰ ਲਓ। ਪਹਿਲਾਂ ਆਪਾਂ ਪਿਛਲਾ ਸ਼ੁਰੂ ਕਰ ਲਾਂਗੇ, ਇਹ ਜਿਹੜਾ ਨਵਾਂ ਇਹਨੂੰ ਬਾਅਦ ਚ ਵੇਖ ਲਾਂਗੇ ਕਿਤੇ ਹਨਾ। ਇੱਕ ਮੇਰੀ ਕੁਐਸਚਨ ਮੈਂ ਤੁਹਾਨੂੰ ਹੁਣੇ ਸਾਂਝਾ ਕਰ ਲੈਣਾ। 3 ਤਰੀਕ ਦੀ ਜਲੰਧਰ ਦੇ ਵਿੱਚ ਮੀਟਿੰਗ ਹੋਈ 5 ਮੈਂਬਰੀ ਕਮੇਟੀ ਦੀ। 4 ਤਰੀਕ ਦੀ ਅਖਬਾਰ ਦੇ ਵਿੱਚ ਖਬਰ ਆਈ, ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਇੱਕ ਸੰਦੇਸ਼ ਭੇਜਿਆ ਕਿ ਜਿਹੜਾ ਮੋਰਚਾ ਲੱਗਿਆ ਹੋਇਆ ਇਹਦੀ ਹੁਣ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਤੇ ਜਿਹੜੇ ਬਾਕੀ ਜਥੇਦਾਰ ਕੋਈ ਅਗਵਾਈ ਨਹੀਂ ਕਰਨਗੇ ਜਦੋਂ ਤੱਕ ਕਿ ਆਪਣੇ ਵਿੱਚ ਆਪਸ ਵਿੱਚ ਬੈਠ ਕੇ ਆਪਣੀ ਇਕਸੁਰਤਾ ਨਹੀਂ ਕਰਦੇ, ਪੰਥ ਤੋਂ ਮਾਫੀ ਨਹੀਂ ਮੰਗਦੇ। ਇਹਨਾਂ ਨੂੰ ਅਗਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਹ ਵੀ ਅਧਿਕਾਰ, ਮੇਰੀ ਗੱਲ ਸੁਣੋ, ਉਹਨਾਂ ਨੇ ਲੈ ਲਿਆ ਜਿਹਨਾਂ ਕਰਕੇ ਉਹ ਕਾਰਜਕਾਰੀ ਜ਼ਿੰਮੇਵਾਰ ਹੈ। ਕੀ ਕਹਿ ਰਿਹਾ ਤੁਸੀਂ ਤਾਂ ਲੜਨ ਵਾਲੀ ਗੱਲ ਕਰਦੇ ਨਹੀਂ ਲੜ ਰਿਹਾ, ਮੈਂ ਤੁਹਾਨੂੰ ਪੁੱਛ ਰਿਹਾ, ਮੈਂ ਨਹੀਂ ਇਸ ਲੜਨ ਵਾਲੀ ਮੈਂ ਕੋਈ ਗੱਲ ਨਹੀਂ ਕਰ ਰਿਹਾ, ਮੈਂ ਤੁਹਾਡੇ ਸ਼ਾਂਤ ਲੈ ਕੋਈ ਗੱਲ ਬਣਦੀ। ਸਿੰਘ ਸਾਹਿਬ, ਮੈਂ ਤੁਹਾਨੂੰ ਜਾਣਦਾ ਨਹੀਂ, ਸ਼ਕਲ ਤੋਂ ਕਿਤੇ ਮਿਲੇ ਮੰਗੇ, ਕੋਈ ਗੱਲ ਨਹੀਂ। ਮੈਂ ਉੱਥੇ ਵੀ ਤੁਹਾਨੂੰ ਪਤਾ ਗਜਾਈ ਸੀਗੀ ਚੰਡੀਗੜ੍ਹ, ਤੁਸੀਂ ਜਦੋਂ ਇੱਥੇ ਆਏ ਹੈਗੇ ਆ ਆਪਣਾ ਆਨੰਦਪੁਰ ਮੇਰੇ ਤੁਹਾਨੂੰ ਵਿੱਚ ਇਹ ਗੱਲ ਨਹੀਂ ਹੈਗੀ ਕਿ ਤੁਸੀਂ ਆਓ, ਜਦੋਂ ਮਰਜ਼ੀ ਆਓ ਤੇ ਮੈਨੂੰ ਵੀ ਸੰਤੁਸ਼ਟ ਕਰੋ ਤੇ ਆਪ ਵੀ ਹੋ ਜਾਓ, ਆ ਜਾਓ, ਚਲੋ ਜਦੋਂ ਮਰਜ਼ੀ ਆਓ। ਇੱਕ ਗੱਲ ਦਾ ਉੱਤਰ ਤਾਂ ਦੇ ਦਿਓ, ਇੱਕ ਦਾ ਉੱਤਰ। ਮੈਂ ਐ ਨਹੀਂ, ਦੇਖੋ ਮੈਂ ਤੁਹਾਡੇ ਬਹਿਸ ਨਹੀਂ ਮੈਂ ਕਰ ਰਿਹਾ, ਮੈਂ ਤਾਂ ਛੋਟੀ ਜਿਹੀ ਬੇਨਤੀ ਕਰ ਰਿਹਾ ਕਿ ਤੁਸੀਂ ਜਦੋਂ ਅਨੰਦਪੁਰ ਸਾਹਿਬ ਆਏ ਉੱਥੇ ਤੁਹਾਡੇ ਤੁਸੀਂ ਇੱਕ ਮੀਡੀਆ ਬਿਆਨ ਦਿੱਤਾ ਕਿ ਜਿਹੜਾ ਪੈਸਾ ਸੀਗਾ ਮੈਂ ਸਟੇਜ ਤੇ ਉੱਥੇ ਮੈਂ ਪੰਥ ਨੂੰ ਦੇ ਦਿੱਤਾ। ਮੈਂ ਤੁਹਾਡੇ ਬਿਆਨ ਸੁਣਿਆ ਆਪ। ਨਹੀਂ, ਤੁਹਾਨੂੰ ਪੜਾ ਦਈਏ ਪੈਸੇ? ਨਹੀਂ, ਮੈਂ ਨਹੀਂ ਲੈਣੇ, ਮੈਂ ਪੰਥ ਤੋੜੀ ਆ ਜੀ। ਨਹੀਂ, ਫਿਰ ਤੁਹਾਨੂੰ ਤਸੱਲੀ ਦੇ ਦੂਗੀ ਪੈਸੇ ਦੇ ਪੈਸੇ। ਨਹੀਂ, ਉਹ ਪੈਸਾ ਗਿਆ ਕਿਹੜੇ ਪੰਥ ਕੋਲ, ਇਹ ਵੀ ਤਾਂ ਪਤਾ ਹੋਵੇ ਨਾ ਕਿਤੇ ਹੋਵੇ ਜਾਂ ਤੁਸੀਂ ਜ਼ਿੰਮੇਵਾਰੀ ਚੁੱਕੋ, ਆ ਜਾਓ, ਤੁਹਾਨੂੰ ਦੇ ਦਈਏ, ਤੁਸੀਂ ਫਿਰ ਗਾਂ ਜਵਾਬ ਦਿੰਦੇ ਰਹੋ। ਹਾਂ, ਫਿਰ ਤੁਸੀਂ ਦੱਸੋ ਇਸ ਗੱਲ ਨੂੰ ਲੈ ਕੇ ਆਪਾਂ ਕਦੋਂ ਤੁਹਾਡੇ ਕੋਲ ਆਈਏ ਵੀ ਉਹ ਪੈਸਾ ਫੜਾ ਦਈਏ? ਨਹੀਂ, ਮੈਂ ਫੜਾ ਦਈਏ ਪੈਸੇ? ਮੈਂ ਕੋਲ ਹੋਵਾਂਗਾ ਤੁਹਾਡੇ, ਫੜਾਵਾਂਗੇ ਪੰਥ ਨੂੰ। ਕਿਹੜਾ ਪੰਥ? ਜਿਹੜਾ ਪੰਥ ਦੀ ਅਗਵਾਈ ਕਰਨ ਵਾਸਤੇ ਨਿਯਤ ਕੀਤਾ ਹੋਊਗਾ ਪੰਥ ਨੇ। ਕਿਹਨੇ ਕੀਤਾ ਦੱਸੋ, ਦੱਸ ਦਿਓ ਨਾ। ਜਗਤਾਰ ਸਿੰਘ ਹਵਾਰਾ ਨੇ 5 ਮੈਂਬਰੀ ਕਮੇਟੀ ਬਣਾਈ ਹੈਗੀ, ਅਗਲੇ ਕੰਮ ਦਾ। ਜਗਤਾਰ ਸਿੰਘ ਹਵਾਰੇ ਨੇ 5 ਮੈਂਬਰੀ ਕਮੇਟੀ ਬਣਾਈ ਹੈ। ਜਦੋਂ ਤੁਸੀਂ ਮੇਰੇ ਕੋਲ ਆਓਗੇ ਤੁਹਾਨੂੰ ਹਵਾਰਾ ਸਾਹਿਬ ਬਾਰੇ, 5 ਮੈਂਬਰੀ ਕਮੇਟੀ ਬਾਰੇ ਵੀ ਸਾਰਾ ਕੁਝ ਪਤਾ ਲੱਗ ਜਾਣਾ। ਨਹੀਂ, ਜੇ ਗੱਲ ਕੋਈ ਤੁਹਾਨੂੰ ਲੱਗਦੀ, ਤੁਹਾਨੂੰ ਜ਼ਿਆਦਾ ਪਤਾ, ਤੁਸੀਂ ਮੈਨੂੰ ਹੁਣੇ ਦੱਸ ਦਿਓ। ਐ ਨਹੀਂ ਬਸੀ ਦੀਆਂ ਹੁੰਦੀਆਂ ਗੱਲਾਂ, ਇਹ ਪੰਥ ਦਾ ਮਸਲਾ ਹੈ, ਕੌਮ ਦਾ ਮਸਲਾ ਹੈ। ਪੰਥ ਦਾ ਮਸਲਾ ਪੰਥ ਨੂੰ ਪਤਾ ਹੋਣਾ ਚਾਹੀਦਾ, ਇਹ 'ਚ ਗੱਲ ਲੁਕੋ ਕੇ ਰੱਖਣ ਵਾਲੀ ਗੱਲ ਹੈ ਹੀ ਨਹੀਂ। ਜਥੇਦਾਰ ਜੀ ਵੱਡਾ ਸਾਰਾ ਇਕੱਠ ਬੁਲਾਓ, ਫਿਰ ਕਰ ਦਾਂਗੇ ਤਾਂ ਠੀਕ। ਉਹ ਮੰਡ ਸਾਹਿਬ ਬੁਲਾਣ ਕੇ ਕਿਉਂ ਕਾਰਜਕਾਰੀ ਜ਼ਿੰਮੇਵਾਰ ਕਹਿੰਦੇ ਨੇ ਆਪਣੇ ਆਪ ਨੂੰ। ਉਹ ਕਹਿੰਦਾ ਠੀਕ ਹੈ ਜੀ, ਤੁਸੀਂ ਜਦੋਂ ਮਰਜ਼ੀ ਮੇਰੇ ਕੋਲ ਆ ਜਾਓ, ਮੈਂ ਤਿਆਰ ਹਾਂ। ਤੁਸੀਂ ਟਾਈਮ ਦਿਓ ਨਾ, ਸਮਾਂ ਦਿਓ ਨਾ, ਦੱਸੋ ਕਿੱਥੇ, ਕੋਈ ਸਮਾਂ ਤਾਂ ਦਿਓ ਨਾ, ਮੈਂ ਫਿਰ ਤਾਂ ਹੀ ਆ ਪਾਵਾਂਗਾ ਲੈ ਕੇ। ਤੁਸੀਂ ਸਮਾਂ ਦੱਸੋ ਮੈਨੂੰ ਤੇ ਕਿੱਥੇ, ਜਦੋਂ, ਕਦੋਂ। ਨਹੀਂ, ਇੱਦਾਂ ਨਹੀਂ ਜਥੇਦਾਰ ਸਾਹਿਬ, ਤੁਸੀਂ ਇਹ ਕਹਿ ਰਹੇ ਆ ਤਾਂ ਮੇਰੀ ਬੇਨਤੀ ਹੈ
ਉਸ ਗੱਲ ਦਾ ਮੈਨੂੰ ਟਾਈਮ ਦੇ ਦਿਓ ਤੇ ਆਪਾਂ ਤਾਂ ਕਿ ਇੱਕ ਵਧੀਆ ਮਾਹੌਲ ਦੇ ਵਿੱਚ ਉਸ ਗੱਲ ਨੂੰ ਕਰ ਸਕੀਏ। ਤੇ ਮੈਂ ਆਪਣੇ ਨਾਲ ਤੁਹਾਡੇ ਵਧੀਆ ਮਾਹੌਲ ਵਾਲੀ ਗੱਲ ਤਾਂ ਲੱਗਦੀ ਨਹੀਂ, ਤੁਸੀਂ ਤਾਂ ਗੱਲ ਹੀ ਨਹੀਂ ਸੁਣਦੇ। ਮੈਂ ਤੁਹਾਨੂੰ ਕਹਿ ਕੇ ਦਿੱਤਾ ਵੀ ਜਦੋਂ ਮਰਜ਼ੀ ਆ ਜਾਓ। ਜਦੋਂ ਮਰਜ਼ੀ ਦਾ ਤੁਸੀਂ, ਮੈਂ ਕਹਿ ਰਿਹਾ ਤੁਸੀਂ ਮੈਨੂੰ ਦੇ ਦਿਓ ਟਾਈਮ, ਉਸ ਹਿਸਾਬ ਨਾਲ ਮੈਂ ਆ ਜਾਵਾਂਗਾ ਮਤਲਬ ਨਾਲ ਸਿੰਘ ਆਣਗੇ, ਬੈਠ ਕੇ ਆਪਾਂ ਗੱਲ ਕਰ ਲਾਂਗੇ। ਤੇ ਤੁਸੀਂ ਉਹਨਾਂ ਗੱਲਾਂ ਮੇਰੇ ਹੈਗੇ ਆ ਜਿਹੜੇ ਹੈਗੇ ਜੋ ਸਾਡੇ ਮਤਲਬ ਤੋਕਲੇ ਹੈਗੇ ਮਨ ਦੇ ਵਿੱਚ ਲੋਕ ਸਾਰੇ ਕਹਿ ਰਹੇ ਨੇ, ਉਹਦੇ ਤੁਸੀਂ ਸਾਡੀ ਸੈਟੀਸਫੈਕਸ਼ਨ ਕਰ ਦਿਓ। ਜਦੋਂ ਮਰਜ਼ੀ ਆ ਜਾਓ, ਕੱਲ ਤੋਂ ਬਾਅਦ ਜਦੋਂ ਮਰਜ਼ੀ ਆ ਜਾਓ। ਕਿੱਥੇ ਜੀ? ਜਿੱਥੇ ਮੈਂ ਰਹਿੰਦਾ ਫਿਰੋਜ਼ਪੁਰ ਜੀ। ਫਿਰੋਜ਼ਪੁਰ ਘਰੇ ਕਹਿ ਰਹੇ ਹੋ ਤੁਸੀਂ ਆਉਣ ਨੂੰ? ਹਾਂਜੀ, ਫਿਰੋਜ਼ਪੁਰ ਤੁਹਾਡੇ ਘਰ ਆਈਏ? ਘਰੇ ਆ ਜਾਓ, ਘਰੇ ਰਹਿਣ, ਮੈਂ ਕਿਹੜਾ ਬਾਹਰ ਇਹਨਾਂ ਘਰੇ ਰਹਿਣਾ। ਨਹੀਂ ਪਤਾ ਹੋਗਾ ਨਾ ਜੀ, ਹੁਣ ਅਸੀਂ ਤੁਹਾਡੇ ਘਰੇ ਆਈਏ ਤੁਸੀਂ ਕਹੋ ਜੀ ਬਾਅਦ ਵਿੱਚੋਂ ਮੈਂ ਤਾਂ ਮੈਨੂੰ ਜਾਣਦਾ ਨਹੀਂ ਸੀ, ਮੈਂ ਬੁਲਾਇਆ ਨਹੀਂ ਸੀਗਾ, ਫਿਰ ਉਹ ਗੱਲ ਕਈ ਵਾਰ ਗਲਤ ਹੋ ਜਾਂਦੀ ਹੈ। ਤੇ ਮੈਂ ਇਸ ਕਰਕੇ ਕਹਿ ਰਿਹਾ, ਮੈਂ ਕਮਲ ਸਿੰਘ ਗੁਰਸੇਵਰਿਆ ਹੋ ਰਿਹਾ ਹੈਗਾ, ਮੈਂ ਆਪਣੇ ਨਾਲ ਸਿੰਘ ਲੈ ਕੇ ਆ ਜਾਵਾਂਗਾ ਤੁਹਾਡੇ ਕੋਲੋਂ। ਹੁਣ ਹੀ ਮੈਂ ਟਾਈਮ ਲੈ ਲੈਣਾ, ਤੁਸੀਂ ਮੈਨੂੰ ਘਰ ਦੀ ਦੇ ਦਿੱਤੀ ਹੈਗੀ ਹੈ ਬੁਲਾਉਣ ਦੀ ਇਜਾਜ਼ਤ, ਤੇ ਮੈਨੂੰ ਟਾਈਮ ਵੀ ਦੱਸ ਦਿਓ ਦਿਨ ਕਿਹੜਾ ਹੈਗਾ ਜਦੋਂ ਤੁਸੀਂ ਫ੍ਰੀ ਹੈਗੇ ਆ ਉਦੋਂ, ਤਾਂ ਕਿ ਤੁਹਾਡੇ ਕੋਲ ਉਦੋਂ ਕੋਈ ਤੁਹਾਡਾ ਸ਼ਡਿਊਲ ਬਿਜ਼ੀ ਨਾ ਹੋਵੇ ਤੇ ਤੁਸੀਂ ਕਿਤੇ ਲਾਂਭੇ ਨਾ ਹੋਵੋ ਤੇ ਅਸੀਂ ਪਹੁੰਚੀਏ, ਤੁਸੀਂ ਉੱਥੇ ਹੋਵੋ ਨਾ, ਤੇ ਆਪਾਂ ਹੁਣੀ ਗੱਲ ਤੈਅ ਕਰ ਲੈਣੀ ਜੀ। ਤੁਸੀਂ ਮੈਨੂੰ ਸਮਝ ਦਿਓ। ਕਮਾਲ ਕਰੀ ਜਾਂਦਾ ਜਹਦਾਰਾ, ਤੂੰ ਹੁਣ ਦੱਸ ਵੀ ਹੁਣ ਤੇਰੇ ਨਾਲ ਕੋਈ ਬੰਦਾ ਆਮ ਗੱਲ ਕਰ ਰਿਹਾ ਵੀ ਘਰੇ ਨਾ ਹੋ ਤੇ ਉਹ ਨਾ ਗਾਂ ਦੀਆਂ ਹੋਰ ਗੱਲਾਂ। ਮੈਂ ਜਿਹੜਾ ਜੀ ਇਹ ਕਹਿ ਰਿਹਾ ਵੀ ਅਸੀਂ ਜਿੱਦਣ ਆਈਏ ਤੁਸੀਂ ਜਦੋਂ ਕਿਸੇ ਕੰਮ ਕਿਵੇਂ ਗੱਲ ਕਰਨੀ ਹੈ ਕਿ ਕਿਵੇਂ ਵੀ ਕਿਹਨੂੰ ਕੀ ਕਹਿ ਰਹੇ ਹੋ। ਮੈਂ ਤਾਂ ਆਮ ਬੰਦਾ ਤੁਹਾਡੇ ਨਾਲ ਗੱਲ ਕਰ ਰਿਹਾ ਹਨਾ, ਜੇ ਮੈਂ ਕਹਿ ਰਿਹਾ ਘਰੇ ਆ ਜਾਓ ਤੇ ਫਿਰ ਉਹ ਜ਼ਿੰਮੇਵਾਰੀ ਹੈ ਨਾ, ਉਹ ਗਾਂ ਦੀਆਂ ਗੱਲਾਂ ਕਰਨ ਦਾ ਵੀ ਫਾਇਦਾ। ਕਿਹੜੀ ਤਰੀਕ ਨੂੰ ਆਵਾਂ ਜੀ ਉਹ ਵੀ ਦੱਸ ਦਿਓ। ਕਿਹੜੀ ਤਰੀਕ ਨੂੰ ਆਵਾਂ ਜੀ ਇਹ ਵੀ ਦੱਸ ਦਿਓ। ਕੱਲ ਤੋਂ ਬਾਅਦ ਜਦੋਂ ਮਰਜ਼ੀ ਆ ਜੀ ਭਰਾ। ਅੱਛਾ ਜੀ, ਜਦੋਂ ਮਰਜ਼ੀ ਆ ਜੀ। ਕੱਲ ਤੋਂ ਬਾਅਦ? ਹਾਂ, ਜਦੋਂ ਤੋਂ ਚੱਲਣਾ ਹੋਇਆ ਮੈਨੂੰ ਫੋਨ ਕਰ ਦੇ ਵੀ ਮੈਂ ਆ ਰਿਹਾ। ਅੱਛਾ ਜੀ, ਹਾਂ ਠੀਕ ਹੈ ਜੀ, ਠੀਕ ਹੈ ਜੀ। ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।